ਅੱਜ ਅਸੀਂ ਪਹੁੰਚੇ ਹਾਂ ਜੀ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਛੰਦੜਾ 'ਚ ਕਿ ਅੱਜ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਕਿ ਸ਼ਹੀਦ ਪਰਿਵਾਰਾਂ ਦੇ ਜਿਨ੍ਹਾਂ ਨੇ ਇਸ ਰਸਤੇ ਤੇ ਚੱਲੇ ਨੇ ਨਾ, ਪੰਥ ਦੇ ਰਸਤੇ ਤੇ ਗੁਰੂ ਘਰ ਦੀ ਬੇਹੁਰਮਤੀ ਹੋਣ ਤੋਂ ਬਾਅਦ ਜਦੋਂ ਫੌਜ ਨੇ ਹਮਲਾ ਕੀਤਾ 1984 ਦੇ ਵਿੱਚ, ਤੇ ਇਹ ਹਾਲ ਫਿਰ ਹੁੰਦਾ ਉਹਨਾਂ ਘਰਾਂ ਦਾ। ਇਹ ਸਰਕਾਰਾਂ ਵੱਲੋਂ ਉਜਾੜੇ ਹੋਏ ਇਹ ਘਰਾਂ ਦੇ ਵਿੱਚੋਂ ਇੱਕ ਘਰ ਆ ਸ਼ਹੀਦ ਭਾਈ ਰਿਸ਼ਪਾਲ ਸਿੰਘ ਛੰਦੜਾ ਦਾ। ਭਾਈ ਸਾਹਿਬ ਦਾ ਇਹ ਘਰ ਜਿੱਥੇ ਕਦੀ ਉਹਨਾਂ ਦਾ ਬਚਪਨ ਬੀਤਿਆ, ਕਦੀ ਸਕੂਲ ਗਏ, ਪੜ੍ਹਾਈ ਕੀਤੀ, ਅੱਜ ਹਾਲਾਤ ਤੁਹਾਡੇ ਸਾਹਮਣੇ ਆ। ਐਸੇ ਸਨ ਭਾਈ ਰਿਸ਼ਪਾਲ ਸਿੰਘ ਛੰਦੜਾ ਕਿ ਜਿਨ੍ਹਾਂ ਨੇ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਇਹ ਸਾਡੇ ਲੀਡਰ ਵੀ ਬੜਾ ਕਹਿੰਦੇ ਰਹੇ ਨੇ, ਮਰਜੀਵੜੇ ਉਹਨਾਂ ਨੇ ਵੀ ਬਣਾਏ ਸਨ, ਪਰ ਇਹ ਸਨ ਅਸਲੀ ਮਰਜੀਵੜੇ ਜਿਹੜੇ ਗੁਰੂ ਘਰ ਦੀ ਬੇਹੁਰਮਤੀ ਤੋਂ ਬਾਅਦ ਜਦੋਂ ਹਥਿਆਰਬੰਦ ਸੰਘਰਸ਼ ਦਾ ਹਿੱਸਾ ਬਣੇ, ਕਿਉਂਕਿ ਮਨ 'ਚ ਰੋਸ ਗੁੱਸਾ ਦਰਬਾਰ ਸਾਹਿਬ 'ਤੇ ਹਮਲੇ ਦਾ। ਸਮੇਂ ਦੀ ਸਰਕਾਰ ਵੱਲੋਂ ਕੀਤੀ ਗਈ ਬੱਜਰ ਗਲਤੀ ਕੱਲੀ ਦਰਬਾਰ ਸਾਹਿਬ ਕੰਪਲੈਕਸ ਤੱਕ ਸੀਮਤ ਨਹੀਂ ਰਹੀ, ਬਲਕਿ ਅੱਜ 28 ਸਾਲ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਦੇ ਘਰਾਂ 'ਤੇ ਅਸਰ ਹੈ। ਕਿੰਨੇ ਜੀ ਉਹਨਾਂ ਦੇ ਸ਼ਹੀਦ ਹੋਏ, ਘਰ ਦੇ ਹਾਲਾਤ ਵੇਖੋ ਤੁਸੀਂ। ਬੇਸ਼ੱਕ ਪਰਿਵਾਰ ਅੱਜ ਇੱਥੇ ਨਹੀਂ ਰਹਿ ਰਿਹਾ, ਕਿੰਨਾ ਹਾਲਾਤਾਂ 'ਚ ਰਹਿ ਰਿਹਾ, ਔਰ ਇਹਨਾਂ ਘਰਾਂ ਦੇ ਪ੍ਰਤੀ, ਇਹਨਾਂ ਵਿਹੜਿਆਂ ਦੇ ਪ੍ਰਤੀ ਕੁਝ ਸਾਡੀ ਜ਼ਿੰਮੇਵਾਰੀ ਬਣਦੀ ਹੈ, ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ ਪਰਿਵਾਰ ਦੀ ਸਲਾਹ ਦੇ ਨਾਲ ਉਸ ਨੂੰ ਨਿਭਾਉਣ ਦੀ, ਸੰਗਤ ਦੇ ਸਹਿਯੋਗ ਦੇ ਨਾਲ ਉਸ ਨੂੰ ਨਿਭਾਉਣ ਦੀ। ਪਰ ਤੁਸੀਂ ਵੇਖੋ ਕੀ ਹਾਲਾਤ ਨੇ। ਜਿੰਦਰਿਆਂ ਨੂੰ ਜੰਗਾਲ ਲੱਗੇ ਵੇਖੇ ਨਾ, ਤੁਹਾਨੂੰ ਲੱਗਦਾ, ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਜਿੰਦਰੇ ਨੂੰ ਪਤਾ ਨਹੀਂ ਇਹਦੀ ਚਾਬੀ ਕਿੱਥੇ ਗਵਾਚ ਗਈ ਆ, ਕਿੱਥੇ ਚਲੀ ਗਈ ਆ। ਛੱਤ ਵੇਖ ਲਓ ਕਿ ਉਸ ਸਮੇਂ ਜਦੋਂ ਇਹ ਘਰ ਪੂਰਾ ਹਰਿਆ ਭਰਿਆ ਵਸਦਾ ਰਸਦਾ ਹੋਏਗਾ, ਬਾਲਿਆਂ ਦੀ ਛੱਤ ਨਾਲ ਬਣਿਆ ਹੋਇਆ ਇਹ ਸਧਾਰਨ ਇੱਕ ਜ਼ਿਮੀਂਦਾਰ ਪਰਿਵਾਰ ਦਾ ਘਰ, ਅੱਜ ਹਾਲਾਤ ਦੇ ਥਪੇੜਿਆਂ ਨੇ ਇਹਦਾ ਕੀ ਹਾਲ ਕਰ ਦਿੱਤਾ ਹੈ ਤੁਹਾਡੇ ਸਾਹਮਣੇ। ਮੈਂ ਬਿੱਟੂ ਜੀ ਨੂੰ ਬੇਨਤੀ ਕਰਾਂਗਾ, ਤੁਸੀਂ ਲਾਗੇ ਹੀ ਹੋ, ਕਿਤੇ ਮਾੜਾ ਜਿਹਾ ਝਾਤੀ 'ਤੇ ਮਾਰਿਓ, ਕਿਤੇ ਛੰਦੜਾ ਪਿੰਡ ਦੇ ਵਿੱਚ ਆ ਕੇ ਭਾਈ ਰਿਸ਼ਪਾਲ ਸਿੰਘ ਛੰਦੜਾ ਸਾਹਿਬ ਦਾ ਜਿਹੜਾ ਘਰ ਵੇਖਿਓ। ਇਹ ਸਰਕਾਰ ਨੇ ਕੀਤਾ, ਤੁਹਾਡੀ ਸਰਕਾਰ ਨੇ, ਪ੍ਰਸ਼ਾਸਨ ਨੇ। ਕੋਈ ਨਹੀਂ ਚਾਹੁੰਦਾ ਵੀ ਮੇਰੇ ਘਰ ਦਾ ਆਹ ਹਾਲ ਹੋਵੇ। ਇਹ ਤਸਵੀਰਾਂ ਦੇ ਵਿੱਚ ਵੇਖ ਕੇ ਲੋਕਾਂ ਦੇ ਹੰਝੂ ਨਿਕਲ ਆਉਂਦੇ ਆ। ਇਹ ਭਾਈ ਰਿਸ਼ਪਾਲ ਸਿੰਘ ਛੰਦੜੇ ਦੇ ਘਰ ਦੀਆਂ ਤਸਵੀਰਾਂ ਵੇਖੋ। ਤੁਹਾਨੂੰ ਲੱਗਦਾ ਕੁਝ ਵੀ ਨੈਗੇਟਿਵ ਜਿਹੜੀ ਹੈ ਗੱਲ ਕੀ ਹੈ? ਕੁਛ ਨਹੀਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਇਹ ਗੱਲ ਸੱਚ ਹੈ। ਅੱਜ ਮੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਗੱਲ ਕਲੀਅਰ ਕਰਦਾ ਚੱਲਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੀ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਤੇ ਇਹਦੀ ਨੀਂਹ ਰੱਖੀ ਜਾਏਗੀ। ਨਹੀਂ ਰੱਖੀ ਗਈ ਕਿਉਂਕਿ ਸਰਕਾਰ ਨੇ ਉਹ ਗਲਤੀ ਕਰ ਦਿੱਤੀ। ਖਾਲਿਸਤਾਨ ਦੀ ਪਰਿਭਾਸ਼ਾ ਨਾ ਸਾਡੀ ਕੋਈ ਖਾੜਕੂ ਜਥੇਬੰਦੀ, ਨਾ ਸਾਡਾ ਕੋਈ ਪੋਲੀਟੀਕਲ ਵਿੰਗ ਇਸ ਨੂੰ ਸਹੀ ਤਰੀਕੇ ਨਾਲ ਪ੍ਰਭਾਸ਼ਿਤ ਕਰਨ ਦੇ ਵਿੱਚ ਉਹ ਨਾਕਾਮ ਰਹੇ ਨੇ। ਤੇ ਜਿਹੜੀਆਂ ਏਜੰਸੀਆਂ ਸੀ, ਸਰਕਾਰਾਂ ਨੇ, ਉਹਨਾਂ ਨੇ ਹਊਆ ਬਣਾਤਾ ਕਿ ਜੇ ਖਾਲਿਸਤਾਨ ਬਣ ਗਿਆ ਇਹਨਾਂ ਨੇ ਹਿੰਦੂ ਮਾਰ ਦੇਣੇ,
ਹਾਂ ਇਹਨਾਂ ਸਿਗਟਾਂ ਬੀੜੀਆਂ ਵਾਲੇ ਮਾਰ ਦੇਣੇ, ਇਹਨਾਂ ਦਾਰੂ ਪੀਣ ਵਾਲੇ ਮਾਰ ਦੇਣੇ। ਉਹ ਨਹੀਂ ਭਾਈ ਸਾਹਿਬ, ਇਸ ਤਰ੍ਹਾਂ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ 65% ਮੁਸਲਿਮ ਸੀ, 29% ਹਿੰਦੂ ਸੀ ਅਤੇ 6% ਸਿੱਖ ਸੀ, ਅਤੇ ਰਾਜ ਖਾਲਸਾ ਸੀ। ਨਾ ਕਦੀ ਉਸ ਸਮੇਂ ਦੌਰਾਨ ਕਦੀ ਕੋਈ ਕਤਲ ਹੋਇਆ, ਨਾ ਕਦੀ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਨਾ ਕਦੀ ਕੋਈ ਦੰਗਾ ਹੋਇਆ, ਨਾ ਕਦੀ ਕੋਈ ਬਗਾਵਤ ਹੋਈ। 29% GDP ਸੀ। ਉਸ ਵੇਲੇ ਗੋਰੇ ਆਪ ਨੌਕਰੀ ਇੱਥੇ ਲੈਣ ਆਉਂਦੇ ਸੀ, ਇੱਥੇ ਕਰਨ ਆਉਂਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਗੋਰੇ ਬਾਹਰੋਂ ਆ ਕੇ ਇੱਥੇ ਨੌਕਰੀ ਕਰਦੇ ਸੀਗੇ ਜੀ। ਤੇ ਕਿਉਂ ਨਹੀਂ, ਕਿਹੜਾ ਸੁਹਿਰਦ ਇੱਕ ਇਨਸਾਨ ਆ, ਚਾਹੇ ਉਹ ਹਿੰਦੂ ਆ, ਉਹ ਮੁਸਲਮਾਨ ਆ, ਉਹ ਕ੍ਰਿਸਚਨ ਆ, ਕੋਈ ਵੀ ਆ, ਕੌਣ ਨਹੀਂ ਚਾਹੇਗਾ ਕਿ ਸਾਨੂੰ ਉਸ ਤਰ੍ਹਾਂ ਦਾ ਰਾਜ ਫੇਰ ਚਾਹੀਦਾ, ਜਿੱਥੇ ਹਰੇਕ ਨੂੰ ਇਨਸਾਫ ਮਿਲਦਾ ਸੀ, ਬਰਾਬਰਤਾ ਦਾ ਹੱਕ ਸੀ, ਆਪਣੇ ਧਰਮ ਅਨੁਸਾਰ ਪੂਜਾ ਪਾਠ ਨਮਾਜ਼ ਅਦਾ ਕਰਨ ਦਾ ਹੱਕ ਅਧਿਕਾਰ ਸੀ। ਉਸ ਤਰ੍ਹਾਂ ਦਾ ਰਾਜ ਆਏਗਾ ਖਾਲਸਾ ਰਾਜ, ਉਸ ਤਰ੍ਹਾਂ ਦਾ ਹੋਏਗਾ ਰਾਜ। ਮੈਂ ਇਹ ਗੱਲ ਅੱਜ ਕਲੀਅਰ ਕਰ ਦੇਣੀ ਚਾਹੁੰਦਾ। ਠੀਕ ਆ, ਕੁਝ ਸਾਡੇ ਗਰਮ ਖਿਆਲੀ, ਕੁਛ ਮੁਤੱਸਬੀ ਸੋਚਦੇ ਸਾਡੇ 'ਚ ਵੀ ਹੈਗੇ ਨੇ। ਇਸ ਤਰ੍ਹਾਂ ਕਦੀ ਨਹੀਂ ਹੋਏਗਾ। ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ। ਖਾਲਸਾ ਰਾਜ ਦਾ ਮਤਲਬ ਸਭ ਨੂੰ ਬਰਾਬਰਤਾ, ਸਭ ਨੂੰ ਬਰਾਬਰ ਹੱਕ, ਸਭ ਨੂੰ ਇਨਸਾਫ। ਗੱਲ ਥੋੜ੍ਹਾ ਜਿਹਾ ਮੈਂ ਵੀ ਕਈ ਵਾਰੀ ਜਜ਼ਬਾਤੀ ਹੋ ਜਾਂਦਾ ਭਾਈ ਸਾਹਿਬ, ਵੀ ਇੱਕ ਤਾਂ ਜਦੋਂ ਤੁਹਾਡੇ ਵਰਗੇ ਪਰਿਵਾਰਾਂ ਦੇ ਘਰਾਂ ਦੇ ਹਾਲਾਤ ਵੇਖੀਦੇ ਆ, ਅਤੇ ਫਿਰ ਵੇਖੀ ਤਾਂ ਵੀ ਉਜਾੜਨ ਵਾਲੇ ਵੀ ਸਾਡੇ ਆਪਣੇ ਹੀ ਸੀ। ਸਹੀ ਗੱਲ ਹੈ ਜੀ। ਅੱਜ ਹੁਣ ਦੇ ਹਾਲਾਤ ਕਿਸੇ ਤੀਸਰੇ ਨੇ, ਕਿਸੇ ਨੇ ਅਫਗਾਨਿਸਤਾਨ ਤੋਂ ਥੋੜ੍ਹਾ ਆ ਕੇ ਆ ਘਰ ਦਾ ਹਾਲ ਕੀਤਾ। ਹੁਣ ਪਿੱਛੇ 6 ਜੂਨ ਦਾ ਤੁਸੀਂ ਦੇਖੀ ਹੋਣੀ ਹੈ ਵੀਡੀਓ ਜੀ, ਸਾਰੇ ਨਿਊਜ਼ ਚੈਨਲਾਂ 'ਤੇ ਆਈ ਆ ਜੀ। ਸਾਨੂੰ ਉੱਥੇ ਅੰਦਰ ਜਾਣ ਤੋਂ ਵੀ ਰੋਕ ਦਿੱਤਾ ਗਿਆ 6 ਜੂਨ ਨੂੰ, ਵੀ ਸੰਤਾਂ ਦੇ ਜਿਹੜਾ ਆਪਣਾ ਸ਼ਹੀਦੀ ਦਿਹਾੜੇ ਨੂੰ ਵੀ ਤੁਸੀਂ ਉੱਥੇ ਨਹੀਂ ਜਾ ਸਕਦੇ ਹੈਗੇ, ਹੈ ਨਾ। ਅਤੇ ਉੱਥੇ ਸਰਕਾਰ ਨੇ ਸਾਨੂੰ ਵੀ ਪੂਰੀ ਫੋਰਸਫੁਲੀ ਰੋਕਣ ਦੀ ਕੋਸ਼ਿਸ਼ ਕੀਤੀ ਆ। ਅਤੇ ਮੈਂ ਉੱਥੇ ਵੀ ਉਹਨਾਂ ਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਤੁਸੀਂ ਵੀ ਸਾਡੇ ਵਰਗੇ ਗੁਰਸਿੱਖ ਭਰਾ ਹੋ, ਅਤੇ ਤੁਸੀਂ ਸਾਨੂੰ ਰੋਕ ਰਹੇ ਹੋ ਵੀ ਸੈਂਟਰ ਸਾਡੇ ਤੱਕ ਇੱਥੇ ਤੱਕ ਆ ਗਿਆ ਵਾ, ਵੀ ਸਾਡੇ ਵਿੱਚ ਵੜ ਗਿਆ ਵਾ, ਵੀ ਤੁਸੀਂ ਉਹ ਸਾਨੂੰ ਰੋਕ ਰਹੇ ਹੋ। ਵੀ ਜੇ ਹੋਰ ਕੋਈ ਉਦੋਂ ਤਾਂ ਫੌਜ ਸੀਗੀ 6 ਜੂਨ ਨੂੰ ਜਿਹੜੀ ਉਹਨਾਂ ਨੇ ਚੜ੍ਹਾਈ ਕੀਤੀ ਸਰਕਾਰ ਦੇ ਅੱਗੇ, ਅਤੇ ਇੱਥੇ ਤਾਂ ਹੁਣ ਤੁਸੀਂ ਸਾਡੇ ਭਰਾ ਹੋ, ਤੁਸੀਂ ਉਹ ਸਾਨੂੰ ਰੋਕਣ ਲੱਗੇ ਭਰਾਓ, ਵੀ ਆਪਣੇ ਸ਼ਹੀਦ ਸਿੰਘਾਂ ਨੂੰ ਯਾਦ ਕਰਨ ਲਈ। ਵੀ ਇਹ ਇਤਿਹਾਸ ਸਾਡਾ ਪੁਰਾਣਾ ਵਾ, ਵੀ ਜਿੰਨੇ ਤੁਸੀਂ ਸੀਸ ਵੱਢੋਗੇ ਉਹਨੇ ਸੀਸ ਫੇਰ ਖੜੇ ਹੋ ਜਾਣੇ ਆ। ਫਿਰ ਸਰਕਾਰ ਨੇ ਹੁਣ ਉਹੀ ਚੀਜ਼, ਵੀ ਜਿਵੇਂ ਰਣਵੀਰ ਸਿੰਘ ਬਿੱਟੂ ਜਿਹੜਾ ਉਹ ਹੈਗਾ, ਉਹ ਬੋਲਦਾ ਵਾ ਵੀ ਮੇਰੇ ਦਾਦੇ ਨੇ ਕੰਸੈਪਟ ਲੈ ਕੇ ਆਉਂਦਾ ਨੱਚਣ ਗਾਉਣ ਦਾ। ਸਰਕਾਰ ਨੇ ਫਿਰ ਹੁਣ ਇਹ ਚੀਜ਼ਾਂ ਵੀ ਕੀਤਾ ਵੀ ਹੁਣ ਇਹਨਾਂ ਨੂੰ ਮਾਨਸਿਕ ਤੌਰ 'ਤੇ ਖਤਮ ਕਰ ਦਿੱਤਾ ਜਾਵੇ। 92 ਤੋਂ ਬਾਅਦ ਉਹਨਾਂ ਨੇ ਇਹ ਚੀਜ਼ ਇੱਕ ਦਿਮਾਗ ਦੇ ਵਿੱਚ ਰੱਖੀ ਵੀ ਇਹ ਦੂਜੀ ਤਰ੍ਹਾਂ ਸਿੱਧੇ ਖਤਮ ਹੋਣ ਵਾਲੀ ਕੌਮ ਨਹੀਂ ਹੈਗੀ। ਹੁਣ ਇਹਨਾਂ ਨੂੰ ਵੀ ਦੂਜਾ ਵੀ ਆਪਾਂ ਮਾਨਸਿਕ ਤੌਰ 'ਤੇ ਖਤਮ ਕਰ ਦਿਓ, ਵੀ ਇਹਨਾਂ ਦੀ ਸੋਚ ਹੀ ਉੱਥੇ ਖਤਮ ਹੋ ਜੇ ਬਈ ਯਾਰ ਜਿਹੜਾ ਸਮਾਂ ਨਿਕਲ ਗਿਆ, ਜਿਵੇਂ ਬਿੱਟੂ ਕਹਿੰਦਾ ਸੀਗਾ ਬਈ ਤੁਸੀਂ ਪੁਰਾਣੇ ਸਮੇਂ ਨੂੰ ਕਿਉਂ ਦੁਬਾਰਾ ਦਿਖਾ ਰਹੇ ਹੋ, ਸ਼ਹੀਦ ਪਰਿਵਾਰਾਂ ਨੂੰ ਤੁਸੀਂ ਕਿਉਂ ਦਿਖਾ ਰਹੇ ਹੋ। ਆਪਾਂ ਨਾ ਇਸ ਲਈ ਦਿਖਾਉਂਦੇ ਹਾਂ ਵੀ ਆਪਣਾ ਇਤਿਹਾਸ ਦੁਬਾਰਾ ਜਿਉਂਦਾ ਰਹੇ, ਬਈ ਲੋਕਾਂ ਨੂੰ ਪਤਾ ਲੱਗੇ ਵੀ ਉਹ ਜਿਹੜੇ ਸਿੰਘ ਸੀਗੇ ਕਿੰਨੇ ਚੜ੍ਹਦੀ ਕਲਾ ਵਾਲੇ ਸੀਗੇ। ਅਤੇ ਪਰ ਉਹ ਉਹਨਾਂ ਨੂੰ ਇਹੀ ਗੱਲ ਦੀ ਚਲੋਣੇ ਲੜਦੇ ਆ ਵੀ ਉਹਨਾਂ ਦਾ ਇਤਿਹਾਸ ਤੁਸੀਂ ਦਿਖਾਉਂਦੇ ਆ, ਅਤੇ ਵੀ ਉਹਨਾਂ ਨੂੰ ਫਿਰ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਬਾਰੇ ਪਤਾ ਲੱਗੂਗਾ, ਅਤੇ ਫਿਰ ਉਹ ਉਹਨਾਂ ਬਾਰੇ ਪੜ੍ਹਨਗੇ। ਮੈਂ ਇੱਕ ਵਾਰੀ ਗੱਲ ਮੇਰੀ ਕਿਸੇ ਪੁਲਿਸ ਅਧਿਕਾਰੀ ਨਾਲ ਹੋਈ, ਕਿਉਂਕਿ ਮੇਰੀ ਕਿਤੇ ਨਾ ਕਿਤੇ ਕੋਈ ਨਾ ਕੋਈ ਪੁੱਛਗਿੱਛ ਹੁੰਦੀ ਰਹਿੰਦੀ, ਅਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਜੀ, ਸੇਮ ਵਰਡ ਮੈਂ ਦੱਸ ਰਿਹਾ ਕਿ ਇੱਕ IG ਰੈਂਕ ਦੇ ਅਧਿਕਾਰੀ ਨੇ ਮੈਨੂੰ ਕਿਹਾ ਕਿ ਬਲਵੰਦਰ ਸਿੰਘ ਕਿਤੇ ਨਾ ਕਿਤੇ ਤੂੰ ਸਾਡਾ ਕੰਮ ਕਰ ਰਿਹਾ। ਮੇਰਾ ਮੱਥਾ ਠਣਕਿਆ ਵੀ ਮੈਂ ਕਿਹਾ ਜੀ ਉਹ ਕਿਵੇਂ? ਕਹਿੰਦਾ ਹਾਲਾਤ ਵਿਖਾ ਰਿਹਾ ਨਾ ਘਰਾਂ ਦੇ। ਅੱਜ ਜਿਹੜਾ ਵੇਖੂਗਾ ਵੀ ਆਹ ਹਾਲ ਹੋ ਜਾਂਦਾ, ਭਾਈ ਰਿਸ਼ਪਾਲ ਸਿੰਘ ਦਾ ਘਰ ਵੇਖੂਗਾ, ਵੇਖੂਗਾ ਕਿ ਉਹਨਾਂ ਦੇ ਬੱਚੇ ਨੇ ਕਿਵੇਂ ਜ਼ਿੰਦਗੀ ਗੁਜ਼ਾਰੀ, ਛੋਟਾ ਜਿਹਾ ਬੱਚਾ ਇਕੱਲਾ ਰਹਿ ਗਿਆ, 100 ਸਹੂਲਤਾਂ ਤੋਂ ਵਾਂਝਾ ਰਿਹਾ, ਅਤੇ ਗਾਂਹ ਤੋਂ ਹਥਿਆਰ ਚੁੱਕਣ ਲੱਗਾ, ਕਹਿੰਦਾ 20 ਵਾਰੀ ਕੋਈ ਸੋਚੂ। ਅਤੇ ਮੇਰੇ ਵੀ ਮਨ 'ਚ ਆ ਗਈ ਕਿਤੇ ਗੱਲ ਵੀ ਮੈਂ ਸਮਝਦਾ ਵਾਂ ਕਿ ਮੈਂ ਉਸ ਸਮੇਂ ਦਾ ਇਤਿਹਾਸ ਇਕੱਠਾ ਕਰ ਰਿਹਾ, ਜਾਂ ਮੈਂ ਉਸ ਸਮੇਂ ਦੇ ਸਿੰਘਾਂ ਦੀ ਗੱਲ ਕਰ ਰਿਹਾ, ਵੀ ਕਿਤੇ ਵਾਕਿਆ ਹੀ ਮੈਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਡਰਾ ਤਾਂ ਨਹੀਂ ਰਿਹਾ। ਫਿਰ ਭਾਈ ਸਾਹਿਬ ਅੱਜ ਇਹ ਤੁਹਾਡੇ ਗੁਰੂ ਘਰ 'ਚ ਲੱਗੀਆਂ ਤਸਵੀਰਾਂ ਗਵਾਹ ਨੇ। ਫਿਰ ਮੈਨੂੰ ਇਹ ਤਸਵੀਰਾਂ ਯਾਦ ਆਈਆਂ ਕਿ ਜੇ ਸਾਡੀ ਆਉਣ ਵਾਲੀ ਪੀੜ੍ਹੀ ਡਰਨ ਵਾਲੀ ਹੁੰਦੀ ਤੇ ਫਿਰ ਚਰਖੜੀਆਂ ਤੇ ਚੜ੍ਹਦਿਆਂ ਦੀਆਂ ਤਸਵੀਰਾਂ ਨਾਲ ਅਜਾਇਬ ਘਰਾਂ 'ਚ ਲੱਗੀਆਂ ਹੁੰਦੀਆਂ। ਭਾਈ ਮਨੀ ਸਿੰਘ ਦਾ ਬੰਦ ਕੱਟਦਾ ਨਾ ਵਿਖਾਇਆ ਗਿਆ ਹੁੰਦਾ, ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਚੱਲਦਾ ਨਾ ਵਿਖਾਇਆ ਗਿਆ ਹੁੰਦਾ ਤਸਵੀਰਾਂ ਦੇ ਵਿੱਚ। ਜਿਹੜੇ ਡਰਦੇ ਨੇ ਫਿਰ ਡਰ ਕੇ ਬਹਿ ਜਾਣ, ਤੇ ਜਿਹੜੇ ਨਹੀਂ ਡਰਦੇ ਉਹ ਫਿਰ ਆਪਣੇ ਹੱਕ ਸੱਚ ਲਈ ਲੜਨ ਦੀ ਜਾਚ ਸਿੱਖ ਲੈਣਗੇ। ਅਸਲ ਉਹਨਾਂ ਦੇ ਫਿਰ ਚਲਾਉਣੇ, ਬਿੱਟੂ ਦੇ ਚਲਾਉਣੇ ਇਸ ਕਰਕੇ ਲੜੇ ਸੀਗੇ ਜੀ, ਵੀ ਤੁਸੀਂ ਤਾਂ ਵੀ ਇੱਕ ਦਿਖਾਉਣਾ ਸੀਗਾ ਵੀ ਇੱਕ ਡਰੇ ਹੋਏ, ਬਈ ਇੱਕ ਡਰੀ ਹੋਈ ਵੀ ਆਉਣਾ ਸੀ ਵੀ ਉਹ ਪਰਿਵਾਰ ਡਰੇ ਹੋਏ ਨੇ ਜੀ, ਉਹਨਾਂ ਦੇ ਵੀ ਉਹ ਨਿਕਲ ਨਹੀਂ ਸਕਦੇ। ਬਈ ਇਹ ਤਾਂ ਪੂਰੇ ਚੜ੍ਹਦੀ ਕਲਾ ਦੇ ਵਿੱਚ ਕਹਿ ਰਹੇ ਨੇ ਬਈ ਦੂਜਾ KPS ਬੁੱਚੜ ਤਾਂ ਸੀਗਾ, ਬੇਅੰਤ ਸਿੰਘ ਉਹ ਤਾਂ ਵੱਡਾ ਬੁੱਚੜ ਆ,
ਵੀ ਇਹ ਤਾਂ ਚੜ੍ਹਦੀ ਕਲਾ ਵਿੱਚ ਕਹਿ ਰਹੇ ਨੇ ਭਾਵ ਵੀ ਇਹ ਪਰਿਵਾਰ ਚੜ੍ਹਦੀ ਕਲਾ ਵਿੱਚ ਨੇ, ਵੀ ਇਹ ਦਬਣ ਵਾਲੇ ਨਹੀਂ ਹੈਗੇ। ਭਾਈ ਸਾਹਿਬ ਨੇ ਕਹਿੰਦੇ KPS ਗਿੱਲ ਦੇ ਮੂੰਹ ਤੇ ਥੁੱਕਤਾ ਸੀ। ਹਾਂਜੀ, ਜਦੋਂ ਉਹਨਾਂ ਨੂੰ ਟੈਰੋਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਹਨਾ, ਤੇ ਉਦੋਂ ਫਾਦਰ ਸਾਹਿਬ ਨੇ ਕਿਹਾ ਵੀ ਮੇਰਾ ਰੈਂਕ ਇੱਕ ਜਥੇਦਾਰ ਦਾ ਵਾ, ਮੈਂ ਜਰਨੈਲ ਆ ਆਪਣੀ ਹਨਾ ਜਥੇਬੰਦੀ ਦਾ, ਵੀ ਜੇ ਕੋਈ ਤੁਹਾਡਾ ਜਰਨੈਲ ਹੈਗਾ ਤੇ ਉਹ ਜਰਨੈਲ ਨੂੰ ਲੈ ਕੇ ਆਓ। ਉਸ ਵੇਲੇ ਫਿਰ ਉਹਨਾਂ ਨੇ ਕਿਹਾ ਸੀ ਵੀ KPS ਗਿੱਲ ਨੂੰ ਵੀ ਬੁਲਾ ਲੈਂਦੇ ਆਪਾਂ ਹਨਾ। KPS ਗਿੱਲ ਨੂੰ ਆਇਆ ਤੇ ਕਹਿੰਦੇ ਫਿਰ ਆਪਾਂ ਗੱਲ ਕਰਾਂਗੇ ਬਈ ਜਦ ਤੱਕ ਤੁਹਾਡਾ ਕੋਈ ਜਰਨੈਲ ਨਹੀਂ ਆਉਂਦਾ। ਤੇ ਉਹਨਾਂ ਦੇ ਫਿਰ ਜਦ KPS ਗਿੱਲ ਆਇਆ ਵੀ ਉਹਨੂੰ ਐਂ ਸੀਗਾ ਵੀ ਮੈਂ ਪਤਾ ਨਹੀਂ ਹੁਣ ਸਾਰਾ ਕੁਝ ਦੱਸ ਦੂੰਗਾ, ਵੀ ਫਾਦਰ ਸਾਹਿਬ ਦੱਸ ਦੇਣਗੇ ਵੀ ਇਹਨਾਂ ਤੋਂ ਹੁਣ ਕਢਾ ਲੂੰਗਾ ਮੈਂ। ਉਹ ਬੜੀ ਖੁਸ਼ੀ ਆਇਆ ਤੇ ਫਾਦਰ ਸਾਹਿਬ ਕਹਿੰਦੇ ਵੀ ਮੈਨੂੰ ਪਹਿਲਾਂ ਇੱਕ ਪਾਣੀ ਦਾ ਗਲਾਸ ਦਿਓ ਵੀ ਫਿਰ ਆਪਾਂ ਗੱਲ ਕਰਦੇ ਹਾਂ। ਤੇ KPS ਗਿੱਲ ਨੇ ਬੜੇ ਆਰਾਮ ਨਾਲ ਕਿਹਾ, ਕਹਿੰਦਾ ਪਾਣੀ ਦਾ ਗਲਾਸ ਦੇ ਦਿਓ ਭਾਈ ਹਨਾ। ਜਦੋਂ ਉਹਨਾਂ ਨੇ ਪਾਣੀ ਦੀ ਪਹਿਲੀ ਕੁਰਲੀ ਉਹ ਪੀਤੀ ਤੇ ਉਹ ਨਾਲ ਕੁਰਲੀ ਉਹਦੇ ਮੂੰਹ ਤੇ ਮਾਰੀ। ਅੱਛਾ। ਤੇ ਕਹਿੰਦੇ ਬਾਕੀ ਚੀਜ਼ਾਂ ਦਾ ਫਿਰ ਬਾਅਦ ਚੋਂ ਪਾਣੀ ਪਾ ਕੇ ਸਿੱਧਾ ਮੂੰਹ ਤੇ ਉਹਦੇ ਮੂੰਹ ਤੇ ਮਾਰਿਆ KPS ਗਿੱਲ ਦੇ। ਕਹਿੰਦੇ ਬਾਕੀ ਚੀਜ਼ਾਂ ਤਾਂ ਕਹਾਣੀਆਂ ਬਹੁਤ ਦੂਰ ਦੀਆਂ ਨੇ ਵੀ ਸਿੰਘਾਂ ਦੇ ਵੀ ਟਿਕਾਣੇ ਕਿੱਥੇ ਨੇ, ਜਿਹੜੀ 75 ਸਾਲਟਾਂ ਨੇ ਉਹ ਕਿੱਥੇ ਪਈਆਂ ਨੇ। ਕਹਿੰਦੇ ਤੂੰ ਤਾਂ ਆਹੀ ਕਹਾ ਦੇ ਵੀ ਮੈਂ ਤੇਰੇ ਮੂੰਹ ਤੇ ਕੁਰਲੀ ਕੀਤੀ। ਕਿੰਨੇ ਬੰਦੇ ਗਏ ਸੀ ਜੀ KPS ਗਿੱਲ ਦੇ ਭੋਗ ਤੇ ਤਸਵੀਰਾਂ ਗਵਾਹ ਨੇ ਕਿ ਭਾਈ ਰਿਸ਼ਪਾਲ ਸਿੰਘ ਛੰਦੜਾ ਦਾ ਸਰੀਰ ਲੈਣ ਕਿੰਨੀ ਸੰਗਤ ਗਈ, ਉਹਨਾਂ ਦੀ ਸੰਸਕਾਰ ਤੇ ਕਿੰਨੀ ਸੰਗਤ ਸੀ ਤੇ ਭੋਗ ਤੇ ਕਿੰਨੀ ਸੀ। ਇਹ ਫਰਕ ਆ ਜਰਨੈਲ ਦਾ। ਮੈਨੂੰ ਨਹੀਂ ਲੱਗਦਾ ਕੋਈ ਅਰਦਾਸ ਕਰਨ ਵੀ ਗਿਆ ਹੋਊਗਾ ਅਸਲੀ ਗੁਰੂ ਦਾ ਸਿੱਖ। ਆਹ ਤੇ ਮੁੜ ਕੇ ਹਾਲਾਤ ਨੇ ਤੁਹਾਡੇ। ਚਲੋ, ਮਨੁੱਖੀ ਅਧਿਕਾਰਾਂ ਦਾ ਘਾਣ ਜਦੋਂ ਵੀ ਹੋਇਆ ਤੇ ਜਿੱਥੇ ਵੀ ਹੋਇਆ ਉਹਨਾਂ ਨੂੰ ਉਹ ਖਮਿਆਜੇ ਭੁਗਤਣੇ ਪਏ ਆ। ਅੱਜ ਵੀ ਯਹੂਦੀਆਂ ਦੀ ਨਸਲਕੁਸ਼ੀ ਕਰਨ ਵਾਲੇ ਭੁਗਤ ਰਹੇ ਆ। ਇਹ ਯਾਦ ਰਹਿਣੇ ਨੇ ਨਾ ਉਸ ਸਮੇਂ ਕਿਹੜੇ ਪੁਲਿਸ ਅਫਸਰ ਸੀਗੇ ਜਿਹੜੇ ਇੰਟੈਰੋਗੇਟ ਕਰਨ ਵਾਲੇ ਸੀ। ਕੋਈ ਯਾਦ ਨੇ? ਕੋਈ SHO ਕੌਣ ਸੀ ਉਦੋਂ ਜਾਂ ਕੌਣ ਹੋਰ ਸੀ? ਨਹੀਂ, ਮੈਨੂੰ SHO ਦਾ ਤਾਂ ਨਹੀਂ ਪਤਾ ਜੀ। ਉਸ ਵੇਲੇ ਇੱਕ ਸੰਧੂ SSP ਸੀਗਾ। ਅੱਛਾ ਜੀ। ਤੇ ਇੱਕ ਅਜੀਤ ਸਿੰਘ ਸੰਧੂ। ਹਾਂਜੀ, ਅਜੀਤ ਸਿੰਘ ਸੰਧੂ SSP ਸੀਗਾ। ਅੱਛਾ। ਤੇ ਇੱਕ KPS ਗਿੱਲ ਮੇਨ ਉੱਥੇ ਜਿਹੜੇ ਨਾਲ ਆ ਕੇ ਇੰਟੈਰੋਗੇਟ ਕਰ ਰਹੇ ਸੀਗੇ ਇਹ ਸੀਗੇ। ਤੇ ਇਹਨਾਂ ਨੇ ਜ਼ਿਆਦਾਤਰ ਇੰਟੈਰੋਗੇਟ ਕੀਤਾ ਤੇ ਉਹ ਤੋਂ ਬਾਅਦ ਅਗਲੇ ਦਿਨ ਜਦ ਸ਼ਹੀਦ ਕਰਕੇ ਫਿਰ ਅਖਬਾਰ ਦੇ ਵਿੱਚ ਵੀ ਇਹਨਾਂ ਨੇ ਨਿਊਜ਼ ਪਾ ਦਿੱਤੀ ਸੀਗੀ। ਤੇ ਪਹਿਲਾਂ ਤਾਂ ਇਹਨਾਂ ਨੇ ਇਹੀ ਸੀਗਾ ਬਈ ਅਸੀਂ ਵੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਆ, ਮੁਕਾਬਲਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਤੋਂ ਬਾਅਦ ਮਨੁੱਖੀ ਅਧਿਕਾਰ ਇੱਕ ਇਹਨਾਂ ਦੀ ਕਮੇਟੀ ਬਣੀ ਹੋਈ ਸੀ, ਉਹਨਾਂ ਨੇ ਪੂਰਾ ਇਨਵੈਸਟੀਗੇਟ ਕਰਕੇ ਫਿਰ ਉਹਨਾਂ ਨੇ ਦੱਸਿਆ ਸੀਗਾ ਵੀ ਇਹ ਪਹਿਲਾਂ ਫੜੇ ਗਏ ਆ ਤੇ ਉਹ ਤੋਂ ਬਾਅਦ ਇਹਨਾਂ ਨੇ ਸ਼ਹੀਦ ਕੀਤੇ ਆ। ਅੱਛਾ, ਇੱਕ ਗੱਲ ਭਾਈ ਸਾਹਿਬ, ਕਿਉਂਕਿ 28-29 ਸਾਲ ਦੀ ਜ਼ਿੰਦਗੀ ਜਿਹੜੀ ਆ ਉਹ ਹੁਣ 28-29 ਮਿੰਟ ਦੇ ਵਿੱਚ ਜਿਹੜੀ ਆ ਉਹ ਨਹੀਂ ਬਿਆਨ ਕੀਤੀ ਜਾ ਸਕਦੀ। ਇੱਕ ਸਾਨੂੰ ਹੁਕਮ ਹੈ, ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ, ਉਹਨਾਂ ਵੱਲੋਂ ਸਾਨੂੰ ਹੁਕਮ ਹੈ ਕਿ ਭਾਈ ਸਾਹਿਬ ਦੇ ਇਸ ਘਰ ਦੀ ਸੇਵਾ ਜਿਹੜੀ ਹੈ ਸਾਨੂੰ ਦੇ ਦਿਓ। ਤੇ ਉਹਨਾਂ ਵੱਲੋਂ ਨਾਲ ਹੁਕਮ ਹੈ ਕਿ ਅੱਜ ਆਪ ਜੀ ਦੇ ਹਵਾਲੇ 50,000 ਰੁਪਈਆ ਜਿਹੜਾ ਉਹ ਕਰਕੇ ਆਉਣਾ, ਤਾਂ ਕਿ ਘਰ ਦੇ ਲਈ ਕਹਿ ਲਓ ਜਾਂ ਤੁਸੀਂ ਹੁਣ ਬਰਸੀ ਮਨਾਉਣ ਜਾ ਰਹੇ ਹੋ ਭਾਵੇਂ ਉਹਦੇ 'ਚ ਸੇਵਾ ਸਾਡੀ ਸਮਝ ਲਿਓ, ਕਿਉਂਕਿ ਬੜੀ ਦੇਰ ਬਾਅਦ ਆਏ ਆ ਤੇ ਘਰ ਦੇ ਹਾਲਾਤ, ਕਿਉਂਕਿ ਹਰ ਪਰਿਵਾਰ ਨੂੰ ਅਸੀਂ 10,000 ਰੁਪਈਆ ਜ਼ਰੂਰ ਸੇਵਾ ਭੇਟਾ ਕਰਕੇ ਇੱਕ ਸ਼ੁਰੂਆਤ ਕਰ ਆਉਂਦੇ ਹਾਂ। ਕਿਉਂਕਿ ਕਈ ਅਸੀਂ ਐਸੇ ਘਰ ਵੇਖਿਆ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ, ਪੱਖਾ ਨਹੀਂ ਹੈਗਾ, ਬੜੇ ਨਾਮੀ ਖਾੜਕੂਆਂ ਦੇ ਘਰ ਜਿਨ੍ਹਾਂ ਦੇ 25-25 ਲੱਖ ਨਾਮ ਸੀ। ਤੇ ਇਹ ਸਾਨੂੰ ਹੁਕਮ ਹੈ ਸਾਡੀ ਜਥੇਬੰਦੀ ਦਾ। ਤੇ ਆਪ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਾਬਾ ਜੀ ਐਂ ਆ, ਮੈਂ ਚਲੋ ਬੇਨਤੀ ਮੈਂ ਉਹਨਾਂ ਨੂੰ ਭਾਈ ਸਾਹਿਬ ਨੂੰ ਪਹਿਲਾਂ ਕਰ ਦਿੱਤੀ ਸੀ, ਮਨਜੀਤ ਸਿੰਘ ਜੀ ਨੂੰ। ਤੇ ਮੈਂ ਇਹੀ ਕਹਿਣਾ ਚਾਹੁੰਦਾ, ਮੈਂ ਘਰ ਇਹ ਆਪਣਾ ਆਪ ਆਉਣਾ ਚਾਹੁੰਦਾ ਵਾਂ, ਕਿਉਂਕਿ ਇਹਦੇ ਨਾਲ ਮੇਰੇ ਬਹੁਤ ਜਜ਼ਬਾਤ ਜੁੜੇ ਹੋਏ ਆ। ਇੱਕ ਵਾਰ ਤਾਂ ਦਾਦੀ ਜੀ ਨੇ ਇਹ ਕਿਸੇ ਤੋਂ ਲੈ ਵੀ ਲਿਆ ਸੀਗਾ, ਬਿਆਨਾ ਵੀ ਲਿਆ ਸੀਗਾ, ਪਰ ਅਸੀਂ ਵਾਪਸ ਕਰਾਇਆ ਸੀਗਾ, ਕਿਉਂਕਿ ਮੇਰੇ ਫਾਦਰ ਸਾਹਿਬ ਇੱਥੇ ਬਚਪਨ ਤੋਂ ਲੈ ਕੇ 8ਵੀਂ ਤੱਕ ਇੱਥੇ ਹੀ ਰਹੇ ਆ ਤੇ ਬਾਅਦ 'ਚ ਵੀ ਇੱਥੇ ਆਉਂਦੇ ਰਹੇ ਆ। ਤੇ ਇਸ ਕਰਕੇ ਮੇਰਾ ਇੱਕ ਹਿਸਾਬ ਦੇ ਬਹੁਤ ਐਵੇਂ ਕਹਾਂ ਦਿਲੋਂ ਜਜ਼ਬਾਤ ਜੁੜੇ ਹੋਏ ਆ ਘਰ ਨਾਲ। ਤੇ ਇਹ ਮੈਂ ਆਪ ਪਾਉਣਾ ਚਾਹੁੰਦਾ ਜੀ, ਤੇ ਬਈ ਮੈਂ ਆਪਣੇ ਦਿਲੋਂ ਬਈ ਆਪਣੇ ਹਿਸਾਬ ਨਾਲ ਪਾਉਣਾ ਚਾਹੁੰਦਾ ਵੀ ਜਿਵੇਂ ਹੈ ਨਾ ਵੀ ਆਪਾਂ ਕੋਈ ਨਾ ਬਈ ਜਦੋਂ ਅਸੀਂ ਪਾਉਣਾ ਹੋਊਗਾ ਉਦੋਂ ਜ਼ਰੂਰ ਕਰਾਂਗੇ ਬੇਨਤੀ ਜੇ ਕਦੇ ਲੋੜ ਪਈ। ਤੇ ਫਿਲਹਾਲ ਤਾਂ ਮੇਰੇ ਵੀ ਇਹੀ ਆ ਵੀ ਜਦੋਂ ਮੇਰੇ ਕੋਲ ਆਪਦੇ ਮੈਂ ਸਮਰਥ ਹੋਊਗਾ ਤੇ ਉਦੋਂ ਹੀ ਮੈਂ ਪਾਊਂਗਾ ਜੀ ਆਪ। ਕਈ ਵਾਰੀ ਮੈਨੂੰ ਵਿਦੇਸ਼ਾਂ ਦੇ ਵਿੱਚੋਂ ਸਾਡੇ ਕੁਝ ਪ੍ਰੋਗਰਾਮ ਵੇਖਣ ਸੁਣਨ ਵਾਲਿਆਂ ਦੇ ਫੋਨ ਆਉਂਦੇ ਆ ਤੇ ਉਹ ਕਈ ਵਾਰੀ ਕਹਿ ਦਿੰਦੇ ਆ ਕਿ ਬੇਸ਼ੱਕ ਇਹਨਾਂ ਖਾੜਕੂ ਸਿੰਘਾਂ ਨੂੰ ਇੱਕ ਅਲੱਗ ਜਗ੍ਹਾ ਲੈ ਕੇ ਉਹਨਾਂ ਨੂੰ ਨਵਾਂ ਘਰ ਬਣਾ ਦਿਓ, ਪਰ ਉਹਨਾਂ ਦਾ ਜੋ ਘਰ ਦੇ ਹਾਲਾਤ ਨੇ, ਕਈਆਂ ਦੇ ਘਰ ਤੇ ਪੁਲਿਸ ਨੇ ਢਾਏ। ਹਾਂਜੀ, ਸਾਡੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਬਹੁਤ ਘਰ ਢਾਏ ਨੇ ਪੁਲਿਸ ਨੇ। ਉਹ ਕਹਿੰਦੇ ਵੀ ਉਹ ਘਰ ਜਿਉਂ ਦੇ ਤਿਉਂ ਰਹਿਣ ਦਿਓ, ਉਹ ਪੁਲਿਸ ਦੀਆਂ ਜ਼ਿਆਦਤੀਆਂ ਦੇ ਰੂਪ ਦੇ ਵਿੱਚ ਉਹ ਯਾਦ ਕੀਤਾ ਜਾਇਆ ਕਰੂਗਾ। ਉਹ ਇੱਕ ਇਤਿਹਾਸਕ ਦਸਤਾਵੇਜ਼ ਵਾਂਗੂ ਇਹਨੂੰ ਇਸ ਤਰ੍ਹਾਂ ਹੀ ਸਾਂਭ ਦਿਓ। ਅਸੀਂ ਹੁਣ ਮੈਂ ਜੋ ਸੋਚਿਆ ਵਾ ਜੀ, ਜਿਵੇਂ ਇਹ ਕੰਧਾਂ ਖੜੀਆਂ ਨੇ, ਇਹ ਕੰਧਾਂ ਨੂੰ ਅਸੀਂ ਮਾੜਾ ਜਿਹਾ ਉਵੇਂ ਉੱਤੇ ਚੱਕ ਕੇ ਵੀ ਇਹਦੇ ਤੇ ਲੈਂਟਰ ਪਾਉਣ ਦੀ ਕੋਸ਼ਿਸ਼ ਕਰਾਂਗੇ।
ਤੇ ਐਵੇਂ ਹੀ ਸੇਮ ਰਹਿਣ ਦੇਣਾ ਵਾ ਜਿਵੇਂ ਹੈਗਾ ਵਾ ਘਰ, ਹੈ ਨਾ। ਤੇ ਜੋ ਮੇਰੇ ਦਿਲ ਦੀ ਹੈਗੀ ਆ ਵੀ ਉਵੇਂ ਹੀ ਰੱਖਣਾ ਵਾ ਆਪਾਂ ਘਰ ਪੂਰਾ। ਤੇ ਬਾਕੀ ਐਵੇਂ ਹੈਗਾ ਵੀ ਮੈਨੂੰ ਪਹਿਲਾਂ ਵੀ ਬੜੇ ਅਮਰੀਕਾ ਤੋਂ ਵੀ ਇੱਕ ਵਾਰ ਬੇਨਤੀ ਕੀਤੀ ਸੀਗੀ ਵੀ ਅਸੀਂ ਥੋੜ੍ਹਾ, ਪਰ ਮੇਰੇ ਦਿਲ ਦੀ ਆਪ ਦੀ ਇਹ ਤਮੰਨਾ ਜੀ, ਮੈਂ ਆਪਣੇ ਹਿਸਾਬ ਨਾਲ ਵੀ ਆਪ ਪਾਉਣਾ ਚਾਹੁੰਦਾ ਵਾਂ, ਵੀ ਆਪਣੇ ਕਿਰਤ ਦੇ ਵਿੱਚੋਂ ਪਾਉਣਾ ਚਾਹੁੰਦਾ। ਮੈਨੂੰ ਲੱਗਦਾ ਕਿ ਹੁਣ ਜਦੋਂ ਸੰਗਤ ਨੇ ਤੁਹਾਡਾ ਇਹ ਘਰ ਵੇਖ ਲਿਆ ਨਾ, ਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਆਉਣਾ ਵੀ ਨਹੀਂ, ਇਹਦਾ ਵੀ ਸੇਵਾ ਬਹੁਤ ਸਾਰੇ ਨੇ ਜਿਹੜੇ ਗੁਰਮੁਖ ਪਿਆਰੇ ਚਾਹੁੰਦੇ ਨੇ ਵੀ ਇਹ ਸੇਵਾ ਸਾਨੂੰ ਮਿਲ ਜੇ, ਕਰਦੇ ਵੀ ਨੇ। ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦਾ ਜਿਹੜਾ ਉਹ ਲਗਾਤਾਰ ਕਰ ਰਿਹਾ। ਭਾਈ ਸਾਹਿਬ, ਸਾਡਾ ਇਹ ਪ੍ਰੋਗਰਾਮ ਤੁਸੀਂ ਕਦੀ ਵੇਖਿਆ ਪਹਿਲਾਂ PTN 24 ਤੇ ਜਿਹੜਾ ਸੰਘਰਸ਼ ਦਾ ਸਾਡਾ? ਮੈਂ ਬਹੁਤ ਦੇਰ ਦਾ ਜੁੜਿਆ ਹਾਂ ਜੀ। ਮੈਂ ਤੁਹਾਡੇ ਕਈ ਪੋਸਟਾਂ ਮੈਂ ਆਪਣੇ ਪੇਜ ਤੇ ਵੀ ਸ਼ੇਅਰ ਕੀਤੀਆਂ ਨੇ। ਪਿੱਛੇ ਤੁਸੀਂ ਇੱਕ 10 ਜਿਹੜੇ ਸ਼ਹੀਦ ਹੋਏ ਆ ਪਰਿਵਾਰ ਦੇ ਵਿੱਚੋਂ ਹੀ ਮਾਤਾ ਜੀ ਦੇ, ਤੇ ਉਹਨਾਂ ਦਾ ਮੈਂ ਦੇਖਿਆ ਸੀ ਪ੍ਰੋਗਰਾਮ। ਇੱਕ ਉਹ ਤੋਂ ਬਾਅਦ ਪਹਿਲਾਂ ਇੱਕ ਤੁਸੀਂ ਬੇਟੀ ਨਾਲ ਇੰਟਰਵਿਊ ਕੀਤੀ ਸੀਗੀ, ਉਹ ਮੈਂ ਸ਼ੇਅਰ ਕੀਤੀ ਆ, ਤੇ ਉਹਦੇ ਵਿੱਚ ਬਹੁਤ ਜਜ਼ਬਾਤੀ ਸੀਗੀ ਪੂਰੀ ਇੰਟਰਵਿਊ, ਤੇ ਉਹ ਮੈਂ ਪੂਰੀ ਸ਼ੇਅਰ ਕੀਤੀ ਆ। ਉਹ ਮੈਂ ਨਾਲ ਜਿਹੜੇ ਲਿਖੇ ਸੀ ਉਹ ਮੈਂ ਸ਼ੇਅਰ ਕੀਤਾ ਪੇਜ ਤੇ। ਤੇ ਗੱਲ ਇਹ ਆ ਬਈ ਇਹੋ ਜਿਹੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਹਾਲੇ ਬਈ ਨਹੀਂ ਪਾਉਣ ਦਾ ਹੈਗਾ, ਹੈ ਨਾ। ਗੁਰੂ ਸਾਹਿਬ ਨੇ ਇਸ ਵਕਤ ਚਲੋ ਵੱਡੇ ਕੀਤਾ, ਆਪਣੇ ਪੈਰਾਂ 'ਤੇ ਖੜੇ ਕਰਤਾ, ਤੇ ਜਦੋਂ ਲੋੜ ਸੀਗੀ ਉਦੋਂ ਸੀਗਾ, ਪਰ ਹੁਣ ਪੂਰੇ ਚੜ੍ਹਦੀ ਕਲਾ ਵਿੱਚ ਆ ਜੀ, ਆਪਣਾ ਕਰ ਸਕਦੇ ਹਾਂ ਆਪਾਂ, ਹੈ ਨਾ। ਤੇ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਤੁਸੀਂ ਸਮਰੱਥ ਹੋ ਅੱਜ। ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਵੀ ਜਿਹੜੇ ਆਪਣੇ ਬਾਹਰਲੇ ਸਿੰਘ ਆ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਹੁੰਦਾ ਬਈ ਸਾਡੇ ਪਰਿਵਾਰਾਂ ਕੋਲ ਜਿਹੜੇ ਚੜ੍ਹਦੀ ਕਲਾ ਵਾਲੇ ਪਰਿਵਾਰ ਸੀਗੇ, ਜਿਨ੍ਹਾਂ ਦੇ ਜਿਵੇਂ ਫਾਦਰ ਸਾਹਿਬ ਦਾ ਨਾਮ ਹੈਗਾ, ਹੋਰ ਪਰਿਵਾਰ ਨੇ, ਉਹਨਾਂ ਕੋਲ ਹਰ ਇੱਕ ਆਉਂਦੇ ਆ ਸਿੰਘ, ਅਪਰੋਚ ਕਰਦੇ ਆ। ਪਰ ਸਾਡੇ ਫਾਦਰ ਸਾਹਿਬ ਉਹਨਾਂ ਨੇ ਇਕੱਲਿਆਂ ਨੇ ਨਹੀਂ ਇੱਥੇ ਤੱਕ ਬਈ ਪਹੁੰਚੇ। ਉਹ ਇੱਕ ਟੀਮ ਹੁੰਦੀ ਸੀਗੀ ਜੀ, ਉਹਨਾਂ ਦੇ ਨੀਚੇ ਵੀ ਹੋਰ ਟੀਮ ਹੁੰਦੀ ਸੀਗੀ ਜਿਹੜੇ ਉਹ ਕੰਮ ਕਰਦੇ ਸੀ, ਪਰ ਇੱਕ ਮੁਖੀ ਦੇ ਥੱਲੇ ਉਹ ਖਬਰ ਲੱਗਦੀ ਹੁੰਦੀ ਸੀ। ਇਹੋ ਜਿਹੇ ਬਹੁਤ ਪਰਿਵਾਰ ਨੇ ਜਿਨ੍ਹਾਂ ਦੇ ਹੁਣ ਵੀ ਹਾਲਾਤ ਬਹੁਤ ਖਸਤੇ ਆ, ਤੇ ਉਹ ਸਾਡੀ ਡਿਊਟੀ ਬਣਦੀ ਹੈ ਵੀ ਜਿਹੜੇ ਸਾਡੇ ਫਾਦਰ ਸਾਹਿਬ ਨਾਲ ਸਿੰਘ ਸੀਗੇ ਵੀ ਅਸੀਂ ਉਹਨਾਂ ਦੇ ਨਾਲ ਜਾ ਕੇ ਖੜੀਏ। ਤੇ ਮੈਂ ਜਿਵੇਂ ਮੈਨੂੰ ਕੋਈ ਇਹੋ ਜਿਹਾ ਪਰਿਵਾਰ ਮੇਰੇ ਨਾਲ ਫਾਦਰ ਸਾਹਿਬ ਦੇ ਹੁੰਦੇ ਆ, ਤੇ ਆਪਾਂ ਬੇਨਤੀ ਕਰਦੀ ਤੇ ਜਿਵੇਂ ਤੁਸੀਂ ਪਿੱਛੇ ਦੱਸਿਆ ਵੀ ਜਿਹੜੇ ਹਿੰਦੂ ਪਰਿਵਾਰ ਦੇ ਵਿੱਚ ਸੀਗੇ, ਤੇ ਨਹੀਂ ਆਪਣੇ ਹਿੰਦੂ ਪਰਿਵਾਰ ਦੇ ਜਿਹੜੇ ਬਠਿੰਡੇ ਕੋਲ ਸੀਗੇ, ਤੁਸੀਂ ਇੰਟਰਵਿਊ ਕਰਕੇ ਆਏ ਹੋ, ਬਲਦੀਪ ਸਿੰਘ ਬੱਬਰ, ਉਹਨਾਂ ਨੇ ਪਿਛਲੇ ਸਾਲ ਪਹਿਲੀ ਵਾਰ ਬਰਸੀ ਮਨਾਈ ਸੀ। ਤੇ ਭਾਈ ਅਮਰੀਕ ਸਿੰਘ ਅਜਨਾਲਾ ਜੀ, ਉਹ ਹਰ ਇੱਕ ਸਾਲ ਆਪਾਂ ਨੂੰ ਬੇਨਤੀ ਕਰਦੇ ਹੁੰਦੇ ਸੀਗੇ ਬਈ ਲੰਗਰ ਦੀ ਵੀ ਅਸੀਂ ਕਰ ਦਿੰਦੇ ਹਾਂ। ਚਲੋ ਇੱਕ ਵਾਰ ਕਿਸੇ ਸਿੰਘ ਨੇ ਵੀ ਸੇਵਾ ਚੱਕ ਲਈ ਸੀਗੀ ਆਪਣੇ ਲੰਗਰ ਦੀ ਇੱਥੋਂ, ਤੇ ਬਾਕੀ ਕਈ ਵਾਰ ਆਪਾਂ ਆਪ ਕਰ ਲਈਦੀ ਆ। ਤੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਬਾਬਾ ਜੀ ਚੜ੍ਹਦੀ ਕਲਾ ਵਾ, ਵੀ ਹਲੇ ਵੀ ਜਦੋਂ ਲੋੜ ਹੋਊਗੀ ਤੁਹਾਨੂੰ ਬੇਨਤੀ ਜ਼ਰੂਰ ਕਰਾਂਗੇ। ਤੇ ਚਲੋ ਉਹਨਾਂ ਨੇ ਫੋਨ ਆਇਆ ਵੀ ਉੱਥੇ ਲੰਗਰ ਦੀ ਸੇਵਾ ਦੀ ਲੋੜ ਹੈਗੀ ਆ, ਇਸ ਕਰਕੇ ਆਪਾਂ ਭਾਈ ਅਮਰੀਕ ਸਿੰਘ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਤੁਸੀਂ ਉੱਥੇ ਬਈ ਰਸਤ ਵਗੈਰਾ ਪਹੁੰਚਦੀ ਕਰ ਦਿਓ। ਤੇ ਭਾਈ ਅਮਰੀਕ ਸਿੰਘ ਜੀ ਉੱਥੇ ਪਿਛਲੀ ਵਾਰ ਵੀ, ਹੈ ਨਾ, ਵੀ ਇਸ ਕਰਕੇ ਜੇ ਆਪਾਂ ਆਪੇ ਵੀ ਜਿਹੜੇ ਰੱਜੇ ਪੁੱਜੇ ਪਰਿਵਾਰ ਨੇ ਜੇ ਉਹ ਲਈ ਜਾਣ, ਫਿਰ ਉਹ ਨਹੀਂ ਵੀ ਉਵੇਂ ਚੜ੍ਹਦੀ ਕਲਾ ਵਾਲੀ ਗੱਲ ਹੁੰਦੀ। ਵੀ ਆਪਾਂ ਜਿਹੜੀ ਬਾਕੀ ਦੀ ਟੀਮ ਆ, ਜੇ ਉਹਨਾਂ ਦੇ ਵੀ ਆਪਾਂ ਨਾਲ ਸਾਥ ਦੇਵਾਂਗੇ ਤੇ ਉਹ ਉੱਥੇ ਹੀ ਆਪਣੀ ਚੜ੍ਹਦੀ ਕਲਾ ਬਣਨੀ ਹੈ ਜੀ ਪਰਿਵਾਰਾਂ ਦੀ। ਅਸੀਂ ਇੱਕ ਬੇਨਤੀ ਲੱਗੇ ਕਰਨ, ਸਾਡੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਇਹ ਪ੍ਰਵਾਨ ਕਰ ਲਓ ਕਿ 12 ਤਰੀਕ ਨੂੰ ਭਾਈ ਸਾਹਿਬ ਦੀ ਬਰਸੀ ਹੈ। ਇਸ ਵਾਰ ਇਹ 50,000 ਦੀ ਸੇਵਾ ਲੰਗਰ ਦੇ ਵਿੱਚ ਸਾਡੇ ਵੱਲੋਂ ਕਬੂਲ ਕਰ ਲਓ। ਠੀਕ ਹੈ ਜੀ, ਠੀਕ ਹੈ ਬਾਬਾ ਜੀ, ਚਲੋ ਬਹੁਤ ਤੁਹਾਡਾ ਧੰਨਵਾਦ ਜੀ। ਔਰ ਗੱਲਬਾਤ ਕਰਦਿਆਂ ਜਜ਼ਬਾਤੀ ਵਹਿਣ 'ਚ ਵਹਿੰਦਿਆਂ ਕਿਸੇ ਵੇਲੇ ਲਫ਼ਜ਼ ਕੋ ਲਫ਼ਜ਼ ਵੀ ਮੂੰਹੋਂ ਨਿਕਲਦੇ ਆ, ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ NRI ਭੈਣ ਭਰਾਵਾਂ ਦੇ ਰਾਹੀਂ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਇਹਨਾਂ ਦੇ ਬਜ਼ੁਰਗਾਂ ਦੇ ਇਲਾਜ ਕਰਵਾ ਰਹੇ ਹਾਂ, ਇਹਨਾਂ ਦੀਆਂ ਗਹਿਣੇ ਪਈਆਂ ਹੋਈਆਂ ਜ਼ਮੀਨਾਂ ਛਡਾ ਕੇ ਇਹਨਾਂ ਨੂੰ ਪੈਰਾਂ 'ਤੇ ਖੜੇ ਕਰ ਰਹੇ ਹਾਂ, ਤਾਂ ਕਿ ਇਹ ਕਿਸੇ ਦੇ ਮੁਹਤਾਜ ਨਾ ਰਹਿਣ। ਜੇ ਵਿਦੇਸ਼ਾਂ ਦੇ ਵਿੱਚੋਂ ਵੈਸਟਰਨ ਯੂਨੀਅਨ ਰਾਹੀਂ ਜਾਂ ਭੈਣ ਭਰਾ ਆਪਣੇ ਆਪ ਆ ਕੇ ਇਹਨਾਂ ਪਰਿਵਾਰਾਂ ਨੂੰ ਸਹਾਇਤਾ ਦੇ ਜਾਂਦੇ ਆ, ਤੇ ਫਿਰ ਇਹ ਸਰਕਾਰ ਚਾਹਵੇ ਤਾਂ ਜਿਸ ਤਰ੍ਹਾਂ ਮਰਜ਼ੀ ਸਾਨੂੰ ਪੰਗਾ ਪਾ ਦੇ, ਨਹੀਂ ਤੇ ਵੈਸੇ ਸੱਚੀ ਗੱਲ ਤਾਂ ਇਹ ਆ ਕਿ ਇੰਨੀ ਵਿਦੇਸ਼ੀ ਕਰੰਸੀ ਜਦੋਂ ਭਾਰਤ ਦੇ ਵਿੱਚ ਆਉਂਦੀ ਆ, ਤੇ ਇਹਨਾਂ ਨੂੰ ਸਗੋਂ ਚਾਹੀਦਾ ਸਾਨੂੰ ਸਨਮਾਨਿਤ ਕਰਨ ਕਿ ਅੱਜ ਅਸੀਂ ਵੀਡੀਓ ਪਾਉਂਦੇ ਆ, ਸੰਗਤ ਵੇਖਦੀ ਆ, ਉਹ ਡਾਇਰੈਕਟ ਪਰਿਵਾਰਾਂ ਤੱਕ ਪਹੁੰਚਦੀ ਆ ਜਾਂ ਸਾਡੇ ਰਾਹੀਂ ਪਰਿਵਾਰਾਂ ਤੱਕ ਪਹੁੰਚਦੀ ਆ, ਤੇ ਕਿੰਨੀ ਵਿਦੇਸ਼ੀ ਕਰੰਸੀ ਆਉਂਦੀ ਆ, ਉਹਦੇ ਨਾਲ ਇੰਡੀਆ ਗਵਰਨਮੈਂਟ ਦੀ ਜਿਹੜੀ ਇਕਨੋਮੀ ਆ ਉਹ ਕਿਤੇ ਨਾ ਕਿਤੇ ਵੱਧਦੀ ਹੈ, ਉਹ ਕਿਤੇ ਗਰੋ ਕਰਦੀ ਹੈ। ਹੁਣ ਨੈਗੇਟਿਵ ਲੈ ਲਓ ਭਈ ਇਹ ਜੀ ਬਸ ਇੱਕ ਲਾਈਨ ਲਿਖ ਦਿਓ ਭਈ ਇਹ ਅੱਤਵਾਦ ਨੂੰ ਮੁੜ ਸੁਰਜੀਤ ਕਰ ਸਕਦੇ ਹਨ, ਤੇ ਸਾਡੇ ਤੇ ਪਰਚਾ ਵੀ ਹੋ ਸਕਦਾ। ਇਹ ਨਾ ਜੀ, ਮੈਂ ਹੁਣ ਵੀ ਗੱਲ ਕਰਦਾ ਹੁੰਦਾ, ਜਿਵੇਂ ਕਈ ਪਰਿਵਾਰ ਜਿਹੜੇ ਨੌਜਵਾਨ ਨੇ ਫੋਨ ਕਰਦੇ ਆ ਜੀ ਮੈਨੂੰ, ਮੈਂ ਤਾਂ ਇਹੀ ਕਹਿਣਾ ਵੀ ਸਾਨੂੰ ਸ਼ਹੀਦ ਪਰਿਵਾਰਾਂ ਨੂੰ ਇਹ ਬਹੁਤ ਵੱਡੀ ਸਪਰੇਟ ਆ ਵੀ ਜਦ ਤੁਸੀਂ ਫੋਨ ਕਰਦੇ ਹੋ ਤੇ ਸਿੰਘਾਂ ਦਾ, ਹੈ ਨਾ, ਵੀ ਦੱਸਦੇ ਹੋ ਬਈ ਅਸੀਂ ਪੜ੍ਹਿਆ ਜੀ ਉਹਨਾਂ ਬਾਰੇ, ਜਾਂ
ਸਾਡੇ ਪਰਿਵਾਰਾਂ ਲਈ ਤਾਂ ਉਹ ਬਹੁਤ ਵੱਡੀ ਸਪਰੇਟ ਆ ਵੀ ਅੱਜ ਵੀ ਉਹਨਾਂ ਨੂੰ ਯਾਦ ਕਰਿਆ ਜਾਂਦਾ ਵਾ। ਤੇ ਬਾਕੀ ਜੋ ਗੱਲ ਹੈਗੀ ਆ ਦਸਵੰਧ ਦੀ, ਫਾਦਰ ਸਾਹਿਬ ਦੀ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣ ਲੱਗਿਆ। ਤੇ ਮਾਤਾ ਜੀ ਉਹਨਾਂ ਨੂੰ, ਤੇ ਉਦੋਂ ਇਹਨਾਂ ਨੇ ਹਥਿਆਰ ਲੈ ਕੇ ਆਉਣੇ ਸੀ ਅਨੰਦਪੁਰ ਸਾਹਿਬ ਕਿੰਨੀਓ ਨਾ ਆਪਣੇ ਹਜੂਰ ਸਾਹਿਬ ਕਿੰਨੀਓ, ਤੇ ਇੱਥੋਂ ਇੱਕ ਟਰੱਕ ਭਰ ਕੇ ਲੈ ਗਏ ਸੀਗੇ। ਟਰੱਕ ਉਹਨੂੰ ਲੈ ਆਏ ਤੇ ਸੰਗਤ ਦਾ ਟਰੱਕ ਭਰ ਕੇ ਲੈ ਗਏ। ਤੇ ਮਾਤਾ ਜੀ ਹੋਣੀ ਕਹਿੰਦੇ ਵੀ ਸਾਨੂੰ ਤਾਂ ਪਤਾ ਸੀਗਾ ਵੀ ਉੱਥੇ ਕੀ ਕਰਨ ਜਾਣਾ ਵਾ, ਕਹਿੰਦੇ ਅਸੀਂ ਤਾਂ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਜਾਈਏ। ਕਹਿੰਦੇ ਜਿਹੜੇ ਸੰਗਤ ਸੀਗੀ, ਸੰਗਤ ਗੱਲਾਂ ਕਰਦੀ ਜਾਵੇ, ਹੈ ਨਾ, ਵੀ ਨੋਰਮਲ ਇੱਕ ਗੱਲਾਂ ਕਰ ਰਹੇ ਨੇ, ਤੇ ਕਹਿੰਦੇ ਅਸੀਂ ਵਾਹਿਗੁਰੂ ਕਰਦੇ ਜਾਈਏ, ਜਿੱਥੇ ਰੁਕੇ ਕਰੇ ਕਹਿੰਦੇ ਅਸੀਂ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਤੇਜ਼ ਕਰਦੇ ਕਰੀਏ ਮਨ ਦੇ ਵਿੱਚ, ਬਈ ਹੁਣ ਫੜੇ ਗਏ, ਹੈ ਨਾ, ਜਿੱਥੇ ਵੀ ਕਿਤੇ ਰੋਕ ਲਿਆ ਜਾਂਦਾ ਸੀਗਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਕੀ ਕਰਨ ਜਾਣਾ ਵਾ। ਤੇ ਕਹਿੰਦੇ ਮੈਂ ਉੱਥੇ ਨਾ ਜਦ ਮੱਥਾ ਟੇਕਣ ਗਏ ਹਜੂਰ ਸਾਹਿਬ ਪਹੁੰਚ ਗਏ, ਤੇ ਕਹਿੰਦੇ ਮੈਂ ਤੇਰੇ ਫਾਦਰ ਸਾਹਿਬ ਤੋਂ ਬਈ 2 ਰੁਪਏ ਮੰਗੇ ਸੀ, ਮੈਨੂੰ 2 ਰੁਪਏ ਦਾ ਹੀ ਮੈਂ ਮੱਥਾ ਟੇਕਣਾ ਵਾ। ਕਹਿੰਦੇ ਫਾਦਰ ਸਾਹਿਬ ਨੇ ਉੱਥੇ ਕਿਹਾ ਸੀ ਵੀ ਨਹੀਂ ਬਈ ਮਾਤਾ ਜੀ ਅੱਜ ਮੰਗ ਲਿਆ, ਦੁਬਾਰਾ ਨਾ ਮੰਗਿਓ, ਵੀ ਇਹ ਕੌਮ ਦਾ ਪੈਸਾ ਵਾ, ਵੀ ਇਹ ਕੌਮ ਦਾ ਪੈਸਾ ਹੈ, ਬਹੁਤ ਔਖਾ ਨਿਕਲੂਗਾ, ਤੇ ਬਈ ਇਹ ਕੌਮ ਦੇ ਵਿੱਚ ਲੱਗੇ ਤਾਂ ਬਹੁਤ ਵਧੀਆ ਗੱਲ ਆ, ਬਈ 1 ਰੁਪਏ ਦਾ ਵੀ ਫਾਦਰ ਸਾਹਿਬ ਵੀ ਕਹਿੰਦੇ ਵੀ ਘਰ ਪਰਿਵਾਰ ਦੇ ਵਿੱਚ ਨਹੀਂ ਆਪਾਂ ਲਾ ਸਕਦੇ। ਬਿਲਕੁਲ ਜੀ, ਉਹਨਾਂ ਦਾ ਜੀਵਨ ਜਿਹੜਾ ਬੜਾ ਵਧੀਆ, ਇਮਾਨਦਾਰੀ ਵਾਲਾ, ਯੋਧਿਆਂ ਵਾਲਾ ਸੀਗਾ, ਔਰ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਜਿਹੜਾ ਵਾ ਇੰਨਾ ਭਾਰੀ ਤਸ਼ੱਦਦ ਨਹੀਂ ਸਹਿਆ ਜਾ ਸਕਦਾ। ਮੂੰਹ ਦੇ ਉੱਤੇ ਪਾਣੀ ਦੀ ਕੁਰਲੀ ਮਾਰੀ KPS ਗਿੱਲ ਦੇ, ਤੇ ਫਿਰ ਉਹ ਜਬਾੜਾ ਤੋੜਿਆ, ਗੋਲੀ ਵੀ ਜਬਾੜੇ 'ਚ ਮਾਰੀ ਗਈ, ਬੜਾ ਕੁਝ ਕੀਤਾ ਗਿਆ ਹੋਵੇਗਾ ਉਸ ਵਕਤ। ਭਾਈ ਰਿਸ਼ਪਾਲ ਸਿੰਘ ਜੀ ਛੰਦਲਾ ਜੀ ਦੀਆਂ ਤਸਵੀਰਾਂ ਗਵਾਹ ਨੇ ਇਸ ਗੱਲ ਦੀਆਂ, ਤੁਸੀਂ ਵੇਖ ਰਹੇ ਹੋ। ਅੱਜ ਬੜਾ ਮਾਣ ਮਹਿਸੂਸ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਜੀ ਤੁਹਾਡੇ ਨਾਲ ਗੱਲ ਕਰਕੇ, ਔਰ ਤੁਹਾਡੀ ਸੋਚ ਦੇ ਵਿੱਚ ਕੋਈ ਬਦਲੇ ਵਾਲੀ ਭਾਵਨਾ ਨਹੀਂ ਸਾਨੂੰ ਨਜ਼ਰ ਆਈ। ਕਿਤੇ ਨਾ ਕਿਤੇ ਪੰਥ ਦੀ ਚੜ੍ਹਦੀ ਕਲਾ ਲਈ ਤੁਸੀਂ ਆਪਣਾ ਕੰਮ ਕਰ ਰਹੇ ਹੋ, ਮਾਨ ਅਕਾਲੀ ਦਲ ਦੇ ਵਿੱਚ ਰਹਿ ਕੇ ਆਪਣੇ ਸਹੀ ਤਰੀਕੇ ਨਾਲ ਗੁਰੂ ਸਾਹਿਬ ਦੇ ਅਸੂਲਾਂ 'ਤੇ ਆਪਣਾ ਜੀਵਨ ਜੀ ਰਹੇ ਹੋ। ਇਸ ਗੱਲ ਦੇ ਲਈ ਅਸੀਂ ਬੜੇ ਤੁਹਾਡੇ ਦਾ ਮਾਣ ਮਹਿਸੂਸ ਕਰਦੇ ਹਾਂ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਪਿਤਾ ਜੀ ਦਾ ਨਾਂ ਇਸੇ ਤਰ੍ਹਾਂ ਰੌਸ਼ਨ ਰੱਖੋਗੇ, ਕਿਤੇ ਨਾ ਕਿਤੇ ਕੋਈ ਦਾਗ ਨਹੀਂ ਲੱਗਣ ਦਿਓਗੇ ਵੀ ਕੱਲ੍ਹ ਨੂੰ ਕੋਈ ਉਲਾਮਾ ਮਿਲੇ ਕਿ ਭਾਈ ਰਿਸ਼ਪਾਲ ਸਿੰਘ ਛੰਦੜੇ ਦੇ ਬੇਟੇ ਨੇ ਆਹ ਕਰਤਾ ਉਹ ਕਰਤਾ। ਤੇ ਤੁਹਾਡੇ ਤੋਂ ਹਮੇਸ਼ਾ ਇਹ ਉਮੀਦ ਰਹਿੰਦੀ ਆ, ਕਿਉਂਕਿ ਜਦੋਂ ਕਿਸੇ ਉੱਚ ਕੋਟੀ ਦੇ ਖਾਨਦਾਨ 'ਚੋਂ ਕੋਈ ਹੁੰਦਾ, ਉਹਦੇ ਤੋਂ ਫਿਰ ਉਮੀਦਾਂ ਵੀ ਕੁਛ ਜ਼ਿਆਦਾ ਹੁੰਦੀਆਂ। ਤੇ ਸਤਿਗੁਰੂ ਕਿਰਪਾ ਕਰਨ, ਸੰਗਤ ਦੀਆਂ, ਪਰਿਵਾਰ ਦੀਆਂ ਉਮੀਦਾਂ ਦੇ ਉੱਤੇ ਤੁਸੀਂ ਖਰੇ ਉਤਰੋ, ਤੇ ਵਧੀਆ ਤਰੀਕੇ ਨਾਲ ਇੱਕ ਚੰਗੇ ਗੁਰਸਿੱਖ ਵਾਲਾ ਜੀਵਨ ਗੁਜ਼ਾਰੋ, ਤੇ ਸਰਬੱਤ ਦੇ ਭਲੇ ਦੀ ਹਮੇਸ਼ਾ ਗੱਲ ਕਰਦੇ ਰਹੋ। ਬਹੁਤ ਮਿਹਰਬਾਨੀ ਹੈ ਜੀ। ਭਾਈ ਰਿਸ਼ਪਾਲ ਸਿੰਘ ਛੰਦਲਾ ਜੀ ਦੇ ਘਰ ਦੇ ਵਿੱਚ ਹੀ ਉਹਨਾਂ ਦੇ ਅੱਜ ਚਾਚਾ ਜੀ ਭਾਈ ਤਰਮੇਲ ਸਿੰਘ ਜੀ ਸਾਨੂੰ ਮਿਲੇ ਨੇ। ਭਾਈ ਤਰਮੇਲ ਸਿੰਘ ਜਿਨ੍ਹਾਂ ਨੂੰ ਉਹਨਾਂ ਦੇ ਭਗੌੜੇ ਹੋਣ ਦੇ ਸਮੇਂ ਪੁਲਿਸ ਵੱਲੋਂ ਟਾਰਚਰ ਵੀ ਕੀਤਾ ਗਿਆ, ਔਰ ਇਹਨਾਂ ਨੂੰ ਪਤਾ, ਕਿਉਂਕਿ ਜਦੋਂ ਇਹ ਸੰਗਤ ਦੇ ਨਾਲ ਸਰੀਰ ਲੈਣ ਗਏ ਸਾਰਾ ਇਲਾਕਾ ਇਕੱਠਾ ਹੋ ਕੇ, ਤੇ ਇਹ ਉਸ ਵਕਤ ਮੌਜੂਦ ਸਨ। ਇਹਨਾਂ ਨੇ ਆਪਣੇ ਹੱਥੀਂ ਜਿਹੜਾ ਭਾਈ ਸਾਹਿਬ ਦਾ ਇਸ਼ਨਾਨ ਕਰਾਇਆ, ਸੰਸਕਾਰ ਕਰਾਇਆ, ਤੇ ਕੁਛ ਯਾਦਾਂ ਇਹਨਾਂ ਦੇ ਨਾਲ ਵੀ ਸਾਂਝੀਆਂ ਕਰਦੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਭਾਈ ਸਾਹਿਬ, ਜਦੋਂ ਭਾਈ ਸਾਹਿਬ ਅਜੇ ਭਗੌੜੇ ਸੀਗੇ, ਉਦੋਂ ਕਿਸ ਤਰ੍ਹਾਂ ਪੁਲਿਸ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਦੋਂ ਅਜੇ ਪੈਦਾ ਵੀ ਨਹੀਂ ਸੀ ਹੋਏ, ਤੇ ਕਿਸ ਤਰ੍ਹਾਂ ਪੁਲਿਸ ਆਉਂਦੀ ਸੀ ਤੇ ਪਿਤਾ ਜੀ ਨੂੰ, ਤੁਹਾਨੂੰ ਸਾਰਿਆਂ ਨੂੰ ਤੰਗ ਪਰੇਸ਼ਾਨ ਕਰਦੀ ਸੀ? ਪੁਲਿਸ ਰਾਤ ਨੂੰ 1 ਵਜੇ ਰੋਜ਼ਾਨਾ 1-2 ਦਿਨ ਛੱਡ ਕੇ ਕੰਧਾ ਟੱਪ ਕੇ ਅੰਦਰ ਆ ਜਾਂਦੇ ਸੀ। ਅੱਛਾ। ਹਾਂ, ਤੇ ਵੈਸੇ ਮੈਨੂੰ ਤਾਂ ਉਹਨਾਂ ਨੇ 23 ਜੂਨ ਨੂੰ ਪੁਲਿਸ ਨੇ ਮੈਨੂੰ ਚੱਕ ਲਿਆ ਸੀ। ਅੱਛਾ ਜੀ। ਇਹ 21 ਜੂਨ ਨੂੰ ਘਰੋਂ ਜਾਂਦਾ ਰਿਸ਼ਪਾਲ, 23 ਜੂਨ ਨੂੰ ਮੈਨੂੰ CI ਸਟਾਫ ਵਾਲੇ ਲੈ ਗਏ। ਅੱਛਾ ਜੀ। ਤੇ ਮੇਰੇ ਕੋਲ ਕੁਛ ਅਸਲਾ ਰੱਖਿਆ ਸੀ ਉਹਦਾ, ਠੀਕ ਹੈ, ਤੇ ਕੁਛ ਅਸਲਾ ਉਹ ਲੈ ਗਿਆ ਸੀ, ਤੇ ਕੁਛ ਮੇਰੇ ਕੋਲ ਪਿਆ ਸੀ। ਠੀਕ। ਉਹ ਚੰਗਾ ਡੂੰਘਾ ਦੱਬਿਆ ਸੀ, ਤੇ ਪੁਲਿਸ ਮੈਨੂੰ 3 ਦਿਨ ਇੰਟਰੋਗੇਟ ਕਰਦੇ ਰਹੇ। ਠੀਕ। ਤੇ ਮੈਂ ਨਾ ਮੰਨਿਆ, ਬਹੁਤ ਉਹਨਾਂ ਨੇ ਇੰਟਰੋਗੇਟ ਕੀਤਾ। ਐਂਡ ਤੇ ਆ ਕੇ ਜਿਹੜੇ ਬੰਦੇ ਨੇ ਪਹਿਲਾਂ ਦੱਸਿਆ ਸੀ, ਫਿਰ ਉਹ ਨਾਲ ਪੁਲਿਸ ਨੂੰ ਲਿਆ ਕੇ ਇੱਥੇ ਉਹਨਾਂ ਨੇ ਕਢਾ ਲਿਆ। ਅੱਛਾ ਅੱਛਾ ਅੱਛਾ। ਹੁਣ ਫਿਰ ਮੌਕੇ ਤੇ ਆ ਕੇ ਦੱਸਦੇ ਹਾਂ, ਉਹਨਾਂ ਸਾਰੀਆਂ ਚਿੱਟਾਂ ਗਿਣਤੀਆਂ, ਜੱਕਣ ਉਹਨਾਂ ਨੂੰ ਦੱਸਿਆ ਸੀ 3 ਦਿਨ ਮੈਂ ਤਾਂ ਕੁੱਟ ਖਾਈ ਗਿਆ, ਨਹੀਂ ਦੱਸਿਆ। ਉਹ ਉਸੇ ਤਰ੍ਹਾਂ ਹੀ ਗਿਣਤੀ ਕਰਕੇ ਉਹਨਾਂ ਨੇ ਉਹੀ ਇੱਟਾਂ ਪੱਟ ਲਿਆ ਆ ਕੇ, ਇੱਥੋਂ ਪੱਟਿਆ। ਸਾਡੇ ਚਾਚਾ ਜੀ ਤਾਂ ਪੋਤਾ ਸੀ। ਜਦੋਂ ਪੁਲਿਸ ਇੰਨਾ ਪਰੇਸ਼ਾਨ ਕਰਦੀ ਸੀ ਉਹਨਾਂ ਦੇ ਪਿਤਾ ਜੀ ਨੂੰ ਵੀ, ਮਾਤਾ ਜੀ ਨੂੰ ਵੀ, ਤੁਹਾਨੂੰ ਵੀ, ਤੇ ਕਦੀ ਕਿਤੇ ਮਨ 'ਚ ਪਰੇਸ਼ਾਨ ਹੋ ਕੇ ਭਾਈ ਸਾਹਿਬ ਨੂੰ ਆਖਿਆ ਨਹੀਂ ਵੀ ਛੱਡ ਯਾਰ, ਕਿਹੜੇ ਰਾਹ ਪੈ ਗਿਆ, ਸਾਰਾ ਪਰਿਵਾਰ ਪਰੇਸ਼ਾਨ ਹੋ ਗਿਆ? ਕਦੇ ਨਹੀਂ ਕੋਈ ਗੱਲਬਾਤ, ਕਦੇ ਨਹੀਂ, ਬਿਲਕੁਲ ਨਹੀਂ, ਕਦੇ ਕੋਈ ਗੱਲਬਾਤ ਨਹੀਂ ਉਹਨੂੰ ਕਹਿੰਦੇ ਸੀ। ਸਾਨੂੰ ਇਹੀ ਬਹੁਤ ਸੀ ਵੀ ਚਲੋ ਜਿਹੜਾ ਹੁਣ ਜੱਕਣੇ ਕਹਿੰਦਾ ਭਾਵਕ ਹੋ ਕੇ ਉਸ ਦਿਨ ਕਰਨ ਦੋ ਜੋ ਕੋਈ ਕਰਦਾ। ਅੱਛਾ, ਜਦੋਂ ਸਰੀਰ ਲੈਣ ਗਏ ਫਿਰ ਤੁਸੀਂ ਪਤਾ, ਤੁਸੀਂ ਉਸ ਵਕਤ ਨਾਲ ਸੀ? ਨਾ, ਮੈਨੂੰ ਨਾ ਨਹੀਂ ਦਿੱਤਾ ਸੰਗਤ ਨੇ, ਕਿਉਂ ਪੁਲਿਸ ਤੋਂ ਡਰਦੇ ਮੈਨੂੰ ਲੈ ਕੇ ਨਹੀਂ ਜਾਂਦੇ ਨਾਲ। ਕਿੰਨੀ ਕੁ ਅੰਦਾਜ਼ਨ ਸੰਗਤ ਕਿੰਨੀ ਕੁ ਹੋਊਗੀ ਸੀ? ਸਾਡੇ 14 ਪਿੰਡ ਮੰਗਟਾਂ ਦੇ ਨੇ ਜੀ। 14 ਪਿੰਡ ਮੰਗਟਾਂ ਦੇ ਨੇ, ਕੋਈ ਵੀ ਬੱਚਾ ਵੀ ਘਰ ਨਹੀਂ ਸੀ। ਅੱਛਾ। ਉਸ ਟਾਈਮ ਉੱਥੇ ਚਲੇ ਗਏ ਸੀ, ਸਾਰੇ ਉੱਥੇ ਚਲੇ ਗਏ ਸੀ।
ਠੀਕ ਠੀਕ ਹੈ। ਹਾਂ ਅੱਛਾ, ਤੁਹਾਡੇ ਸਾਹਮਣੇ ਹੀ ਨਾਮਧਾਰੀਆਂ ਦਾ ਹੈੱਡਕੁਆਟਰ ਆ ਹਾਂਜੀ। ਭੈਣੀ ਸਾਹਿਬ, ਭੈਣ ਤੇ ਬਹੁਤ ਸਾਰੇ ਖਾੜਕੂਆਂ ਦਾ ਕਥਿਤ ਤੌਰ ਤੇ ਇਹ ਗੱਲ ਦਾ ਚਰਚਾ ਰਿਹਾ ਕਿ ਇੱਥੇ ਖਾੜਕੂ ਗੁਰਦਾਸਪੁਰ ਅੰਮ੍ਰਿਤਸਰ ਦੇ ਆ ਕੇ ਇੱਥੇ ਕਿਤੇ ਰਹਿੰਦੇ ਵੀ ਰਹੇ ਨੇ। ਕਦੀ ਭਾਈ ਰਿਸ਼ਪਾਲ ਸਿੰਘ ਛੰਦੜਾ ਵੀ ਗਏ ਸਨ ਭੈਣੀ ਸਾਹਿਬ? ਉਹਨਾਂ ਨੇ ਜਾਣੀ ਬਾਅਦ ਚ ਸਾਨੂੰ ਦੱਸਿਆ ਵੀ ਆਪ ਉਹ ਖੁਦ ਜਾਂਦਾ ਰਿਹਾ ਅੱਛਾ। ਅੰਦਰ। ਭਾਈ ਸਾਹਿਬ ਜਿਹੜੇ ਇਹ ਸੰਤ ਜਗਦੀਸ਼ ਸਿੰਘ ਸੀ ਕਿ ਨਾ, ਇਹ ਕਹਿੰਦੇ ਹੁੰਦੇ ਸੀ ਨਾਮਧਾਰੀਆਂ ਨੂੰ ਵੀ ਜਦੋਂ ਮੇਰੇ ਕੋਲ ਆ ਸਿੰਘ ਆ ਜਾਂਦਾ 25-30 ਬੰਦੇ ਬੇਸ਼ੱਕ ਸ਼ਹੀਦ ਹੋ ਜਿਓ, ਪਰ ਉੱਥੇ ਤੁਹਾਡੇ ਕੋਲ ਅੱਗੇ ਤੱਕ ਪੁਲਿਸ ਨਾ ਪਹੁੰਚ ਜਾਵੇ ਅੱਛਾ ਜੀ। ਜਿੰਨਾ ਚਿਰ ਇਹ ਸਾਡੇ ਕੋਲ ਰਹਿਣਗੇ। ਵਾਹ। ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ ਇਲਾਕੇ ਦੇ ਵਿੱਚ ਨਾਮਧਾਰੀਆਂ ਨੇ ਵੀ ਉਸ ਸਮੇਂ ਖਾੜਕੂਆਂ ਦੇ ਨਾਲ ਬੜੀ ਅੱਛੀ ਭੂਮਿਕਾ ਨਿਭਾਈ। ਹਾਂ, ਭੂਮਿਕਾ ਬਹੁਤ ਅੱਛੀ ਭੂਮਿਕਾ ਨਿਭਾਈ ਹੈ, ਪਰ ਕਿਸੇ ਨੂੰ ਸਬੂਤ ਨਹੀਂ ਹੋਣ ਦਿੱਤਾ ਵੀ ਸਾਡੇ ਕੋਲ ਖਾੜਕੂ ਆਉਂਦੇ ਨੇ। ਕਿਤੇ ਨਾ ਕਿਤੇ ਕਥਿਤ ਤੌਰ ਤੇ ਇਹ ਗੱਲ ਸੁਣਨ ਨੂੰ ਵੀ ਸਾਨੂੰ ਮਿਲੀ ਸੀ ਕਿ ਉਹਨਾਂ ਦਾ ਸਰੀਰ ਲਿਆਉਣ ਦੇ ਵਿੱਚ ਜਿੱਥੇ ਵੱਡੀ ਗਿਣਤੀ 'ਚ ਸੰਗਤ ਗਈ ਸੀ, ਕਿਤੇ ਨਾਮਧਾਰੀਆਂ ਵੀ ਪ੍ਰੈਸ਼ਰ ਪਾਇਆ ਸੀਗਾ ਕਿ ਸਰੀਰ ਦਿੱਤਾ ਜਾਏ। ਉਹ ਵਿੱਚ ਅੰਡਰਗਰਾਉਂਡ ਉਹਨਾਂ ਨੇ ਪਾਤਾ ਉਹ ਪ੍ਰੈਸ਼ਰ। ਵੈਸੇ ਟੌੜੇ ਹੋਣੀ ਸਾਰੀ ਇਹ ਗਰੁੱਪ ਉੱਥੇ ਸੀਗਾ, ਅਸੀਂ ਉਹਨਾਂ ਕੋਲ ਪਹੁੰਚੇ ਜਾ ਕੇ, ਅੱਛਾ। ਤੇ ਉਹਨਾਂ ਨੇ ਨਾਲ ਜ਼ੋਰ ਲਾ ਕੇ ਡੀਸੀ ਨੂੰ, ਉਸ ਟਾਈਮ ਚੰਨੀ ਸੀ ਡੀਸੀ, ਅੱਛਾ। ਡੀਸੀ ਨੂੰ ਕਹਿ ਕੇ ਆਰਡਰ ਦਵਾਤੇ ਵੀ ਇਹਨਾਂ ਨੂੰ ਲਾਸ਼ ਦਿਓ। ਉਸ ਵਕਤ ਕਿਹੜਾ ਲੀਡਰ ਸੀ, ਨਾਂ ਯਾਦ ਜੀ? ਜਾਵੇ ਬਸੰਤ ਸਿੰਘ ਖਾਲਸਾ, ਟੌੜਾ, ਆ ਸਰਨਜੀਤ ਢਿੱਲੋਂ ਜਦ ਉੱਠਿਆ ਸੀ, ਇਹ ਵੀ ਨਾਲ ਸੀ ਉਹਨਾਂ ਦੇ। ਇਹ ਬਸੰਤ ਸਿੰਘ ਖਾਲਸਾ ਹੁਣੀ, ਇਹ ਕਈ ਜਣੇ ਸੀਗੇ ਉਸ ਟਾਈਮ। ਅੱਛਾ। ਤੇ ਉਹਨਾਂ ਨੇ ਡਿਊਟੀ ਲਾ ਕੇ, ਇਹ ਸੀ ਇੱਥੇ ਆਪਣੇ ਲੁਧਿਆਣੇ ਦਾ ਸੀ ਇੱਕ, ਹੁਣ ਮੇਰੇ ਉਹ ਨਾਂ ਨਹੀਂ ਯਾਦ, ਉਹਨਾਂ ਦੇ ਰਾਹੀਂ ਡਿਊਟੀ ਲਾਤੀ। ਉਹ ਸੀ ਚੰਨੀ, ਉਹਦਾ ਰਿਸ਼ਤੇਦਾਰ ਸੀ। ਅੱਛਾ ਅੱਛਾ। ਉਹਨਾਂ ਨੇ ਫਿਰ ਚੰਨੀ ਨੂੰ ਕਹਿ ਕੇ ਇਹ ਸਾਨੂੰ ਲਾਸ਼ ਦਵਾ ਦਿੱਤੀ। ਅੱਛਾ ਅੱਛਾ। ਹਾਂ, ਅਸੀਂ ਤੇ ਜਿਸ ਤਰ੍ਹਾਂ ਅਸੀਂ ਤਸਵੀਰਾਂ 'ਚ ਵੇਖ ਰਹੇ ਹਾਂ ਵੀ ਕਿਸ ਤਰ੍ਹਾਂ ਲੱਤ ਤੋੜੀ ਹੋਈ ਆ ਤੇ ਕਿੰਨਾ ਨਿਸ਼ਾਨ ਨੇ ਤਸ਼ੱਦਦ ਦੇ ਸਰੀਰ ਦੇ ਉੱਤੇ, ਵੀ ਇਸ ਤਰ੍ਹਾਂ ਦੀ ਹਾਲਾਤ ਦੇ ਵਿੱਚ ਸਰੀਰ ਦਿੰਦੀ ਨਹੀਂ ਸੀ ਪੁਲਿਸ ਉਦੋਂ? ਨਹੀਂ ਦਿੰਦੀ ਨਹੀਂ ਸੀ। ਇਸ ਬਿਲਕੁਲ। ਕਹਿ ਲਓ ਕਿ ਉਹਨਾਂ ਦੀ ਭਗਤੀ ਸੀ ਕੋਈ ਵੀ, ਉਹਨਾਂ ਦਾ ਜਿਹੜਾ ਅੰਤਮ ਕਿਰਿਆ ਕਰਮ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹੱਥੀਂ ਹੋਇਆ। ਹਾਂ, ਅਸੀਂ 3-4 ਘੰਟੇ ਦੇ ਵਿੱਚ ਸਰੀਰ ਲੈ ਆਏ ਜੀ ਇੱਥੇ। 1 ਵਜੇ ਤੋਂ ਪਹਿਲਾਂ ਅਸੀਂ ਸਰੀਰ ਇੱਥੇ ਲੈ ਆਏ ਸੀ। ਤੇ ਸੰਗਤ ਕਹਿਣ ਲੱਗੇ ਵੀ ਤੂੰ ਕੱਪੜੇ ਹੌਲੀ ਹੌਲੀ ਲਿਆਇਓ, ਵੀ ਆਪਾਂ ਨੇ 5 ਵਜੇ ਆਉਣਾ ਨੇ। ਸੰਗਤ ਸਾਰੀ ਲੁਧਿਆਣੇ ਸੀਗੀ, ਵੀ ਉਹਨਾਂ ਨੇ ਆਏ ਤੇ ਆਪਾਂ ਸੰਸਕਾਰ ਕਰਨਾ। ਪੁਲਿਸ ਵਾਲਿਆਂ ਦੇ ਆਲੇ ਦੁਆਲੇ 2-3 ਚੱਕਰ ਮਾਰੇ ਸੀ, ਗੇੜੇ ਘੋੜਿਆਂ ਵਾਲੀ ਪੁਲਿਸ ਸਾਰੀ ਫਿਰਦੀ ਸੀ ਵੀ ਛੇਤੀ ਕਰੋ ਸੰਸਕਾਰ ਕਰੋ। ਅਸੀਂ ਕਿਹਾ ਵੀ ਨਹੀਂ, ਜਿੰਨਾ ਚਿਰ ਸਾਡੀ ਸੰਗਤ ਪਿੱਛੇ ਆਉਂਦੀ ਨਹੀਂ ਲੁਧਿਆਣੇ, ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਸੀ। ਠੀਕ ਠੀਕ। ਹਾਂ, ਮਤਲਬ ਹਜ਼ਾਰਾਂ ਦੀ ਤਾਦਾਦ 'ਚ ਸੰਗਤ ਹੋਏਗੀ? ਸੰਗਤ ਸੀ ਜਦੋਂ ਬਹੁਤ ਸੰਸਕਾਰ ਹੋਇਆ ਜ਼ਿਆਦਾ, ਭਾਈ ਸਾਹਿਬ? ਬਹੁਤ ਜ਼ਿਆਦਾ ਹਜ਼ਾਰਾਂ ਤੋਂ ਵੀ ਵੱਧ ਸੀ ਜੀ। ਹਾਂ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਸ਼ਹੀਦ ਭਾਈ ਜੁਗਰਾਜ ਸਿੰਘ ਉਰਫ ਤੂਫਾਨ ਸਿੰਘ ਖਾਲਸਾ, ਉਹਨਾਂ ਦੇ ਭੋਗ ਤੇ ਵੀ ਬਹੁਤ ਵੱਡੀ ਤਾਦਾਦ 'ਚ ਸੰਗਤ ਇਕੱਠੀ ਹੋਈ ਸੀ, ਉਹਨਾਂ ਦੇ ਸੰਸਕਾਰ ਤੇ ਵੀ, ਔਰ ਉਹਨਾਂ ਦਾ ਵੀ ਸਰੀਰ ਜਿਹੜਾ ਉਦੋਂ ਦਿੱਤਾ ਗਿਆ ਸੀਗਾ। ਉਸੇ ਤਰ੍ਹਾਂ ਦਾ ਹੀ ਮਾਣ ਸਤਿਕਾਰ ਭਾਈ ਰਿਸ਼ਪਾਲ ਸਿੰਘ ਛੰਦੜਾ ਦਾ ਸੀਗਾ ਇਸ ਏਰੀਏ ਦੇ ਵਿੱਚ, ਕਿਉਂਕਿ ਏਡੇ ਵੱਡੇ ਨਾਮੀ ਖਾੜਕੂ ਦੇ ਮਗਰ ਇੰਨੀ ਵੱਡੀ ਤਾਦਾਦ 'ਚ ਸੰਗਤ ਦਾ ਪਹੁੰਚ ਜਾਣਾ ਇਹ ਗੱਲ ਸਾਬਤ ਕਰਦਾ ਕਿ ਉਹ ਅੱਤਵਾਦੀ ਨਹੀਂ ਸੀ। ਅੱਤਵਾਦੀ ਸ਼ਬਦ ਨਹੀਂ, ਉਹਦੇ ਨਾਲ ਉਹ ਗੁਰੂ ਦਾ ਸਿੱਖ ਸੀ, ਗੁਰੂ ਦੀ ਮਰਿਆਦਾ ਦੇ ਲਈ ਘਰੋਂ ਨਿਕਲ ਤੁਰਿਆ, ਸੰਘਰਸ਼ ਲਈ, ਹੱਕ ਸੱਚ ਲਈ ਲੜ ਰਿਹਾ ਇੱਕ ਸਿਪਾਹੀ ਸੀ। ਉਹਨੂੰ ਅੱਤਵਾਦੀ ਸ਼ਬਦ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅੱਤਵਾਦੀਆਂ ਦੇ ਮਗਰ ਇਸ ਤਰ੍ਹਾਂ ਸੰਗਤ ਵੱਡੀ ਗਿਣਤੀ 'ਚ ਨਹੀਂ ਜਾਂਦੀ। ਉਹ ਗੁਰੂ ਦੇ ਸਿੱਖ ਸੀ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਹਨਾਂ ਦਾ ਸਰੀਰ ਮਿਲਿਆ ਤੇ ਆਪਣੇ ਹੱਥੀਂ ਪਰਿਵਾਰ ਨੇ ਜਿਹੜਾ ਉਹ ਸਾਰਾ ਕੁਝ ਉਹਨਾਂ ਦੇ ਅੰਤਮ ਜਿਹੜੀ ਉਹ ਕਿਰਿਆ ਕਰਮ ਕੀਤੀ। ਹੋਰ ਕੋਈ ਐਸੀ ਗੱਲ ਜਿਹੜੀ ਯਾਦ ਭਾਈ ਸਾਹਿਬ ਦੇ ਬਾਰੇ, ਕਿਉਂਕਿ ਤੁਹਾਨੂੰ ਤੇ ਸਾਰੀਆਂ ਗੱਲਾਂ ਯਾਦ ਨੇ? ਇੱਕੋ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਮੇਰਾ ਜਦ ਵੀ ਕੋਈ ਗੱਲਬਾਤ ਹੋਵੇ, ਪੁਲਿਸ ਮੁਕਾਬਲਾ ਹੋਵੇ ਮੇਰਾ ਨਾ ਕੋਈ ਫੜਿਆ ਜਾਵਾਂ, ਪੁਲਿਸ ਮੁਕਾਬਲਾ ਹੋਵੇ, ਪਰ ਉਹ ਰੀਝ ਦੇ ਪੂਰੀ ਹੋਈ ਨਾ। ਉਹ ਨਹੀਂ ਹੋਈ ਦਿਲ ਦੀ ਪੂਰੀ ਗੱਲ, ਕਿਉਂਕਿ ਫੜ ਕੇ ਹਾਂ ਜੀ, ਸ਼ਹੀਦ ਪਰ ਉਹ ਫੜ ਕਰਤਾ। ਕੇ ਵੀ ਫਿਰ ਅੱਛਾ, ਜਦੋਂ ਫੜੇ ਗਏ ਕਿੰਨੇ ਕੁ ਦਿਨ ਪੁਲਿਸ ਨੇ ਆਪਣੀ ਹਿਰਾਸਤ 'ਚ ਰੱਖਿਆ? ਦੂਸਰੇ ਦਿਨ ਸਾਨੂੰ 7 ਦਿਨ ਪਤਾ ਲੱਗਾ, ਰਾਤ ਨੂੰ ਉਹਨਾਂ ਟੈਰੋਗੇਟ ਕਰਕੇ ਖਤਮ ਕਰਤਾ। 7 ਦਿਨ ਸਾਡੇ ਕੋਲ ਸੁਨੇਹਾ ਮਿਲ ਗਿਆ ਸੀ, ਮੁੰਡਾ ਆ ਗਿਆ ਇੱਕ, ਵੀ ਇਸ ਤਰ੍ਹਾਂ ਕਰਕੇ ਟੈਰੋਗੇਟ ਕਰਕੇ ਉਹ ਖਤਮ ਕਰਤਾ। ਅੱਛਾ ਜੀ, ਜਿਸ ਤਰ੍ਹਾਂ ਅਸੀਂ ਤਸਵੀਰਾਂ ਇਸ ਗੱਲ ਦੀਆਂ ਗਵਾਹੀ ਭਰ ਰਹੀਆਂ ਨੇ ਕਿ ਅਣਮਨੁੱਖੀ ਬੇਤਹਾਸ਼ਾ ਤਸ਼ੱਦਦ ਉਹਨਾਂ ਤੇ ਕੀਤਾ ਗਿਆ, ਕੋਈ ਉਹਨਾਂ ਹਥਿਆਰ ਫੜਾਇਆ ਹੋਵੇ ਕਿਤੇ ਡੇਰੇ ਤੇ ਕੁਝ ਹੋਰ ਬੰਦਿਆਂ ਦੀ ਲਾਈਨ? ਕੋਈ ਹਥਿਆਰ ਨਹੀਂ ਫੜਾਇਆ, ਕੋਈ ਕਿਸੇ ਨੂੰ ਉਂਗਲੀ ਤੱਕ ਵੀ ਨਹੀਂ ਲੱਗਣ ਦਿੱਤੀ ਕਿਸੇ ਨੂੰ। ਹਾਂ, ਆਪਦੇ ਮੌਕੇ ਤੇ ਕੁਝ ਵੀ ਨਹੀਂ ਫੜਿਆ ਗਿਆ ਇਹਨਾਂ ਕੋਲ? ਬਿਲਕੁਲ ਕੋਈ ਚੀਜ਼ ਨਹੀਂ ਫੜੀ, ਖਾਲੀ, ਬਿਲਕੁਲ ਖਾਲੀ ਸੀ। ਉਹਦਾ ਇੱਕ ਸਾਈਕਲ ਸੀ, ਉਹ ਵੀ ਕੈਲੀਅਰ ਤੋਂ ਬਿਨਾਂ। ਜਦੋਂ ਇਹਨਾਂ ਨੇ ਚੱਕਿਆ ਉਹਦੇ ਵਿੱਚ ਜਿਪਸੀ ਮਾਰੀ, ਹਿੰਮਤ ਨਹੀਂ ਪਈ ਹੈਗੀ। 2 ਘੰਟੇ ਮਗਰ ਲੱਗੇ ਰਹੇ, ਫਿਰੀ ਗਏ ਨੇ, ਉਹਨਾਂ ਜ਼ਰੂਰਤ ਨਹੀਂ ਪਈ। ਐਂਡ ਤੇ ਜਾ ਕੇ ਜਿਪਸੀ ਮਾਰ ਕੇ ਉਹ ਟਾਇਰ ਚੜਾਇਆ, ਉਹ ਲੱਤ ਦੇ ਉੱਤੇ, ਉਹ ਸੱਜੀ ਲੱਤ ਦੇ ਉੱਤੇ ਟਾਇਰ ਚੜਾਇਆ, ਦੂਸਰੀ ਲੱਤ ਥੱਲਿਓਂ ਫਿਰ ਇਹਨਾਂ ਨੇ ਟਾਇਰੋਗੇਟ ਕਰਦੇ ਇੱਥੋਂ ਜਾ ਲਈ ਆ ਥੱਲੇ, ਬਿਲਕੁਲ ਜਾਲਤੀ ਸੀ। ਤੇ ਆਹ ਜਿਹੜੇ ਹੱਡ ਨੇ ਇਹਨਾਂ ਦੇ ਵਿੱਚ ਸਰੀਏ ਦਿੱਤੇ ਸੀ, ਆ ਗੋਡਿਆਂ ਦੇ ਇੱਥੇ ਨਿਸ਼ਾਨ ਵੀ ਆ ਦੇਖੋ, ਸਮਾਰ ਕੇ ਖਿਆਲ ਨਾਲ ਦੇਖੋ, ਇਹ ਨਿਸ਼ਾਨ ਆ ਗੋਡਿਆਂ ਦੇ ਵਿੱਚ, ਇੱਥੇ ਸਰੀਆ ਦਿੱਤਾ ਆ, ਆਹ ਸਰੀਏ ਦਾ ਨਿਸ਼ਾਨ ਆ, ਸਰੀਏ ਦਾ ਨਿਸ਼ਾਨ ਆ।
ਆ ਜਵਾੜਾ ਆ ਦਾੜੀ ਜਿਹੜੀ ਇਕੱਠੀ ਕੀਤੀ ਆ ਇਹ ਜਾ ਥੱਲੇ ਡਿੱਗਿਆ ਸੀ ਜਵਾੜਾ। ਇਹ ਫਿਰ ਮੈਂ ਉਹਨਾਂ ਨਾਲ ਲੱਗੇ ਨੂੰ ਤਾਂ ਚੱਕ ਕੇ ਰੱਖਿਆ, ਉਹ ਉੱਥੇ ਕਿ ਬਸ ਉੱਕਣੇ ਰਹਿ ਗਿਆ। ਇੱਥੋਂ 2 ਪਾਸਾ ਤੋੜੇ ਹੋਏ ਸੀ। ਹਾਂਜੀ ਆ ਤਸਵੀਰ ਇਸ ਗੱਲ ਦੀ ਗਵਾਹੀ ਭਰਦੀ ਹੈ। ਆ ਬਿੱਟੂ ਜੀ ਮਾੜਾ ਜਿਹਾ ਤਸਵੀਰ ਜ਼ਰੂਰ ਵੇਖਿਓ, ਜੇ ਤੁਸੀਂ ਵੀਡੀਓ ਵੇਖਣੀ ਹੈ ਸਾਡੀ, ਤੁਸੀਂ ਕੋਈ ਨਾ ਕੋਈ ਟਿੱਪਣੀ ਵੀ ਜ਼ਰੂਰ ਕਰਨੀ ਆ। ਕਿਤੇ ਨਾ ਕਿਤੇ ਇਸ ਗੱਲ ਨੂੰ ਵੀ ਮਾੜਾ ਜਿਹਾ ਕਹਿ ਦਿਓ, ਲੱਖ ਲਾਹਨਤ ਉਹਨਾਂ ਪੁਲਿਸ ਵਾਲਿਆਂ ਦੇ ਜਿਨ੍ਹਾਂ ਗ੍ਰਿਫਤਾਰ ਕਰਕੇ ਤੇ ਆਹ ਕੋਹ ਕੇ ਸ਼ਹੀਦ ਕਰਕੇ ਸਰੀਏ ਨਿਗਾਹ ਕੇ ਤੇ ਫਿਰ ਉਹ ਪੁੱਛ ਵੀ ਕੁਝ ਨਹੀਂ ਸਕੇ। ਕਿੱਡੀ ਵੱਡੀ ਗੱਲ ਆ ਕਿ ਇਸ ਤਰ੍ਹਾਂ ਦਾ ਅਣਮਨੁੱਖੀ ਤਸ਼ੱਦਦ ਤੇ ਇੱਕ ਲਫ਼ਜ਼ ਨਹੀਂ ਪੁੱਛ ਸਕੇ। ਉਹ ਕਹਿ ਰਹੇ 75 ਸਾਲਟਾਂ ਜੇ ਲੈ ਲਓ, ਲੱਭੀ ਨਹੀਂ ਕੋਈ, ਨਹੀਂ ਤੇ 75 ਸਾਲਟਾਂ ਦੀ ਲੈਣ ਲਾਈ ਹੁੰਦੀ, ਤਸਵੀਰ ਅਖਬਾਰ 'ਚ ਆਈ ਹੁੰਦੀ। ਇਹੋ ਜਿਹੇ ਬੰਦੇ ਨੂੰ ਤੁਸੀਂ ਅੱਤਵਾਦੀ ਕਹੋ ਤੇ ਇਹ ਤੇ ਫਿਰ ਗੱਲ ਬੜੀ ਮਾੜੀ ਆ। ਇਸ ਤਰ੍ਹਾਂ ਦੀ ਗੱਲ ਤੇ ਗੁਰੂ ਦੇ ਸਿੱਖਾਂ 'ਚ ਹੀ ਹੋ ਸਕਦੀ ਆ, ਆਮ 'ਚ ਨਹੀਂ ਹੋ ਸਕਦੀ। ਤੇ ਇਸ ਤਰ੍ਹਾਂ ਦੀ ਮੈਂ ਬੇਨਤੀ ਕਰਾਂਗਾ, ਤੁਸੀਂ ਬੜੇ ਜ਼ਿੰਮੇਵਾਰ ਲੀਡਰ ਹੋ, ਮੈਂਬਰ ਆਫ ਪਾਰਲੀਮੈਂਟ ਹੋ, ਤੇ ਉੱਥੇ ਗੱਲ ਕਰੋ। ਅਜੇ ਤੱਕ 1860 ਐਕਟ ਹੀ ਚੱਲੀ ਜਾਂਦਾ ਜੇ। ਕਿਤੇ MP ਇਕੱਠੇ ਹੋ ਕੇ ਤੇ ਉੱਥੇ ਜਾਓ, ਕਿਉਂਕਿ ਅੰਗਰੇਜ਼ਾਂ ਨੇ ਜਿਹੜਾ ਰੂਲ ਐਂਡ ਰੈਗੂਲੇਸ਼ਨ ਬਣਾਏ ਸੀ ਸਾਨੂੰ ਗੁਲਾਮ ਬਣਾਉਣ ਲਈ ਕੀਤੇ ਸੀ। ਤੁਸੀਂ ਆਪਣੀ ਡਿਊਟੀ ਉੱਥੇ ਕਰੋ ਵੀ ਉਹ 1860 ਵਾਲਾ ਕੰਮ ਖਤਮ ਕਰੀਏ ਆਪਾਂ। ਉਹ ਤੁਸੀਂ ਕਰ ਸਕਦੇ ਹੋ, ਉਹ ਕਰੋ। ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਕਿਤੇ ਵੀ ਹੁੰਦੀ ਆ, ਉਹਨਾਂ ਦੀ ਗੱਲ ਕਰੋ। ਕਿਸੇ ਵੀ ਰੂਪ 'ਚ ਕਿਸੇ ਨੇ ਕੀਤੀ ਆ, ਇੱਕ ਜ਼ਿੰਮੇਵਾਰ ਲੀਡਰ ਦਾ ਫਰਜ਼ ਬਣਦਾ ਵੀ ਆਹ ਜਿਹੜਾ ਹਾਲ ਕੀਤਾ ਭਾਈ ਰਿਸ਼ਪਾਲ ਸਿੰਘ ਛੰਦੜਾ ਦਾ, ਜਿੰਨਾ ਵੀ ਪੁਲਿਸ ਅਫਸਰਾਂ ਨੇ ਕੀਤਾ ਉਹਨਾਂ ਨੂੰ ਕਹੋ ਵੀ ਇਹ ਬਿਲਕੁਲ ਗਲਤ ਕੀਤਾ ਉਹਨਾਂ ਨੇ। ਜੇ ਤੁਸੀਂ ਇਹਨਾਂ ਦੇ ਖਿਲਾਫ ਬੋਲਦੇ ਹੋ ਫਿਰ ਗੱਲ ਬੈਲੈਂਸ ਕਰੋ ਨਾ। ਅਸੀਂ ਸਿਰਫ ਗੱਲ ਕਰ ਰਹੇ ਹਾਂ ਮਨੁੱਖੀ ਅਧਿਕਾਰ ਸੁਰੱਖਿਆ ਐਕਟ 1993 ਦੇ ਤਹਿਤ। ਇਹ ਜਿਹੜੇ ਮੇਰੇ ਬਿਆਨ ਹੁੰਦੇ ਨੇ ਨਾ, ਜਿਹੜੇ ਪਰਿਵਾਰ ਮੈਨੂੰ ਦੱਸਦੇ ਨੇ, ਇਹ ਮਾਨਯੋਗ ਹਾਈ ਕੋਰਟ, ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਬੈਠੇ ਨੇ PIL ਸੈੱਲ ਦੇ ਮੈਂਬਰ ਸਰਦਾਰ ਕੁਲਦੀਪ ਸਿੰਘ ਜੀ ਸਿੱਧੂ। ਉਹ ਮੈਨੂੰ ਜਦੋਂ ਦੱਸਦੇ ਨੇ ਨਾ ਕਿ ਬਲਵਿੰਦਰ ਸਿੰਘ ਇਹ 164 ਦੇ ਬਿਆਨ ਨੇ, ਔਰ ਹੁਣ ਇਹ ਮੇਰੀਆਂ ਵੀਡੀਓਜ਼ ਜਿਹੜੀਆਂ ਨੇ ਮਾਨਯੋਗ ਹਾਈ ਕੋਰਟ, ਮਾਨਯੋਗ ਸੁਪਰੀਮ ਕੋਰਟ ਤੋਂ ਹੁੰਦੀਆਂ ਹੋਈਆਂ UNO ਤੱਕ ਜਾ ਰਹੀਆਂ ਨੇ। UNO ਤੋਂ ਵੀ ਫੋਨ ਆਉਂਦੇ ਨੇ ਹੁਣ ਕਿ ਬਲਵਿੰਦਰ ਸਿੰਘ ਮੈਨੂੰ ਉੱਥੋਂ ਇਸ ਗੱਲ ਦੀ ਮੈਨੂੰ ਆਫਰ ਵੀ ਆ ਕਿ ਤੂੰ ਕੋਈ ਸਿਕਿਉਰਿਟੀ ਲੈਣੀ ਚਾਹੁੰਦਾ ਤੇ ਲੈ ਲਾ। ਤੇ ਫਿਰ ਸਿਕਿਉਰਿਟੀ ਕੀ ਕਰੂਗੀ? ਸਿਕਿਉਰਿਟੀ ਇੰਦਰਾ ਗਾਂਧੀ ਕੋਲ ਹੈ ਨਹੀਂ ਕਿ ਬੇਅੰਤ ਸਿੰਘ ਕੋਲ ਹੈ ਨਹੀਂ ਕਿ ਗੋਬਿੰਦ ਰਾਮ ਕੋਲ ਹੈ ਨਹੀਂ ਸੀ। ਸਿਕਿਉਰਿਟੀ ਨਹੀਂ ਸਾਨੂੰ ਚਾਹੀਦੀ, ਸਾਨੂੰ ਸਿਰਫ ਇਹਨਾਂ ਪਰਿਵਾਰਾਂ ਦੀਆਂ ਦੁਆਵਾਂ ਅਸੀਸਾਂ ਚਾਹੀਦੀਆਂ ਨੇ, ਸ਼ੁਭ ਇਸ਼ਾਵਾਂ ਚਾਹੀਦੀਆਂ ਨੇ, ਸੰਗਤ ਦਾ ਭਰੋਸਾ ਚਾਹੀਦਾ। 150 ਸਾਲ ਤੇ ਕਿਸੇ ਨੇ ਵੀ ਨਹੀਂ ਜੀਣਾ, ਚਾਹੇ ਕੋਈ ਗਨਮੈਨ 10 ਲੈ ਲੇ ਤੇ ਕੋਈ ਭਾਵੇਂ 50 ਲੈ ਲੇ। ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ PTN 24 ਕਰਦਾ ਆਇਆ ਤੇ ਕਰਦਾ ਰਹੇਗਾ। ਸੰਵਿਧਾਨ ਦੇ ਜਿਹੜੀ ਧਾਰਾ 20 ਦੇ ਤਹਿਤ ਸਾਨੂੰ ਬੋਲਣ ਦੀ ਆਜ਼ਾਦੀ ਹੈ, ਆਪਣੀ ਭਾਵਨਾਵਾਂ ਆਪਣੀ ਗੱਲ ਕਰਨ ਦੀ ਸਾਨੂੰ ਆਜ਼ਾਦੀ ਹੈ, ਤੇ ਫਿਰ ਕਰ ਦਿਓ ਖਤਮ ਆਜ਼ਾਦੀ। ਇਹ ਵੀ ਕਰ ਹੀ ਰਹੇ ਹੋ, ਕਦੀ ਕੋਈ ਚੈਨਲ ਬਲੌਕ ਕਰ ਦਿੱਤਾ, ਕਦੀ ਕੁਝ ਕਰਵਾਤਾ। ਇਹ ਕਿੰਨਾ ਕੁ ਚਿਰ ਕਰੋਗੇ? ਹੁਣ ਬੜਾ ਕੁਛ ਆ, ਆਪਣੇ ਢੰਗ ਤਰੀਕੇ ਨਾਲ ਇਹਨਾਂ ਪਰਿਵਾਰਾਂ ਦੀ ਆਵਾਜ਼ ਹੁਣ ਤੇ ਪਰਿਵਾਰ ਆਪਣੀ ਗੱਲ ਆਪ ਕਰ ਸਕਦੇ ਨੇ, ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚਾ ਸਕਦੇ ਨੇ ਵੀ ਸਾਡੇ ਨਾਲ ਕੀ ਜ਼ਿਆਦਤੀ ਹੋਈ ਆ। ਉਹ ਬਚਪਨ ਜਿਹੜਾ ਮਾਂ-ਬਾਪ ਦੇ ਪਿਆਰ ਤੋਂ ਗੁਜ਼ਰਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ, ਉਹਦਾ ਕੌਣ ਖਮਿਆਜਾ ਭੁਗਤੂ? ਉਹਦਾ ਕੌਣ ਮੁਆਵਜ਼ਾ ਦਊ? ਕਸੂਰ ਕੀ ਸੀ? ਇਹੀ ਨਾ ਭਾਈ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਘਰੋਂ ਨਿਕਲੇ ਸਨ, ਕਿਤੇ ਲੁੱਟਾਂ ਖੋਹਾਂ ਕੀਤੀਆਂ ਹੁੰਦੀਆਂ ਤੇ ਘਰ ਦਾ ਅੱਜ ਆਹ ਹਾਲ ਨਾ ਹੁੰਦਾ। ਇੱਥੇ ਵੀ ਆਲੀਸ਼ਾਨ ਕੋਠੀ ਬਣੀ ਹੁੰਦੀ ਤੇ ਲੋਕ ਦੱਸਦੇ ਇਲਾਕੇ ਦੇ ਵੀ ਇਹਨੇ ਤੇ ਉਹ ਕੀਤਾ, ਇਹਨੇ ਚਿੱਠੀਆਂ ਪਾ ਕੇ ਪੈਸੇ ਲਏ, ਇਹਨੇ ਫਰੌਤੀਆਂ ਲਈਆਂ ਬੰਦੇ ਚੁੱਕ ਕੇ, ਜਾਂ ਇਹਨੇ ਉਹ ਕੀਤਾ ਇਹ ਕੀਤਾ। ਇੰਨੇ ਪਿੰਡ ਉੱਥੇ ਚਲੇ ਗਏ ਸੀ ਤੇ ਇਹਦਾ ਮਤਲਬ ਸੱਚੀ ਮੁੱਚੀ ਸੱਚ ਦੇ ਰਾਹ ਤੇ ਚੱਲਣ ਵਾਲਾ ਯੋਧਾ ਸੀ, ਤਾਂ ਹੀ ਮਗਰ ਗਏ ਸੀ ਲੋਕ। ਐਵੇਂ ਕਿਸੇ ਚੋਰ ਚੱਕੇ ਦੇ ਮਗਰ ਇਸ ਤਰ੍ਹਾਂ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਨਹੀਂ ਕੋਈ ਜਾਂਦਾ। 10,000 ਗੱਡੀ ਸੀ ਜੀ ਜਦੋਂ ਦੇ ਆਸਤਾ ਲੈ ਕੇ ਗਏ। ਪਹਿਲੀ ਗੱਡੀ ਸਮਰਾਲਾ ਪਹੁੰਚ ਗਈ ਸੀ ਤੇ ਮਗਰੋਂ ਹਾਲੇ ਤੁਰਦੀਆਂ ਸੀ ਇੱਥੋਂ। ਰਾਹ ਦੇ ਵਿੱਚ ਮੇਰੇ ਕੋਲ ਘੱਟ ਤੋਂ ਘੱਟ 40 ਲੰਗਰ ਲੱਗੇ ਸੀ ਜੀ ਨਾਲ, ਜਦੋਂ ਇਹਦੇ ਆਸਤਾ ਲੈ ਕੇ ਗਏ ਸੀ ਇਹਦੇ ਹਰਦੀਸੇ ਤੇ। ਆ ਵੀ ਗੱਲ ਪਹਿਲੀ ਵਾਰੀ ਸੁਣਨ ਨੂੰ ਮਿਲੀ ਆ ਕਿ ਇੰਨੀ ਵੱਡੀ ਤਾਦਾਦ 'ਚ ਸੰਗਤ ਜਦੋਂ ਅਸਥੀਆਂ ਲੈ ਕੇ ਗਏ ਨੇ ਤੇ ਰਸਤੇ 'ਚ ਲੰਗਰ ਲੱਗੇ ਸੀ। ਵਾਹ, 40 ਲੰਗਰ ਲੱਗੇ ਸੀਗੇ ਜੀ, ਪਾਨ ਜਲ ਦੇ, ਮਿੱਠੇ ਜਲ ਦੇ, ਹੋਰ ਪ੍ਰਸ਼ਾਦੇ ਦੇ 40 ਲੰਗਰ। ਫਿਰ 6 ਮਹੀਨੇ ਅਸਲਾ ਮੇਰੇ ਕੋਲ ਪਿਆ ਰਿਹਾ ਬਹੁਤ ਦੇਰ, 6 ਮਹੀਨੇ ਅੰਦਰ ਤੂੜੀ ਦੇ ਰੱਖਿਆ ਰਿਹਾ। ਫਿਰ ਪੁਲਿਸ ਨੂੰ ਜਾ, ਉੱਥੇ ਪੁਲਿਸ ਨੇ ਚੱਕਿਆ ਮੈਨੂੰ, ਇਹਨਾਂ ਨੇ ਮੇਰੇ ਤੇ 6-9 ਮਹੀਨੇ 10 ਮਹੀਨੇ ਮੈਂ ਜੇਲ੍ਹ 'ਚ ਰਿਹਾ।
ਫਿਰ ਬਾਅਦ ਵਿੱਚ ਬਣਾਤਾ ਕੇਸ ਇਹਨਾਂ ਨੇ ਜਦੀ ਵੀ ਇਹ ਪਾਕਿਸਤਾਨ ਤੋਂ ਅਸਲਾ ਲਿਆ ਕੇ ਸਾਨੂੰ ਮੁੰਡਿਆਂ ਨੂੰ ਸਪਲਾਈ ਕਰਦਾ ਮਾਨੋ ਚਾਹੇ ਉਹਨਾਂ ਨੇ ਕੇਸ ਉਦੋਂ ਇਸ ਤਰ੍ਹਾਂ ਦੀ ਬਣਾ ਦਿੰਦੀ ਸੀ ਪੁਲਿਸ। ਹਾਂ ਜੀ ਬਣਾ ਬਹੁਤ ਮਿਹਰਬਾਨੀ ਜੀ। ਅੱਜ ਵੀ ਭਾਈ ਰਿਸ਼ਪਾਲ ਸਿੰਘ ਛੰਦੜਾ ਦੀਆਂ ਯਾਦਾਂ ਨੂੰ ਪਿੰਡ ਦੇ ਨੌਜਵਾਨਾਂ ਨੇ ਵੀ ਸੰਜੋ ਕੇ ਰੱਖਿਆ। ਜਿਮ ਆ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਬਣਿਆ, ਜਿੱਥੇ ਨੌਜਵਾਨ ਕਸਰਤ ਕਰਦੇ ਨੇ ਔਰ ਕਿਤੇ ਨਾ ਕਿਤੇ ਨਸ਼ਿਆਂ ਤੋਂ ਬਚਣ ਦੀ ਗੱਲ ਜਿਹੜੀ ਆ ਅੱਜ ਕੱਲ੍ਹ ਜਿੰਨੇ ਜਿਮ ਹੋਣਗੇ, ਜਿੰਨੀਆਂ ਪਲੇ ਗਰਾਊਂਡਸ ਹੋਣਗੀਆਂ, ਇਹ ਵੀ ਅੱਛੀ ਗੱਲ ਆ ਕਿ ਸਾਡੇ ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਬਚੇ ਰਹਿਣਗੇ ਔਰ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹ ਸਹੀ ਪ੍ਰੇਰਨਾ ਤੇ ਸਹੀ ਸੇਧ ਦੇ ਰਹੇ ਨੇ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਛੰਦੜਾ। ਤੇ ਜੇ ਉਹੀ ਗੱਲ ਉਹ ਕੋਈ ਇਹ ਗੱਲ ਕਹੇ ਕਿ ਅੱਜ ਇਹ ਵੀਡੀਓ ਕਰਕੇ ਤੇ ਭੜਕਾਇਆ ਜਾ ਰਿਹਾ ਜੀ, ਪ੍ਰਵੋਕ ਕੀਤਾ ਜਾ ਰਿਹਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਜਿੱਥੇ ਵੀ ਕਿਤੇ ਹੋਈ ਆ ਉਹ ਹਮੇਸ਼ਾ ਅਸੀਂ ਕਰਦੇ ਰਹਿਣਾ। ਬਹੁਤ ਮਿਹਰਬਾਨੀ ਜੀ। ਸਾਧ ਸੰਗਤ ਜੀ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਭਾਈ ਅਮਰਤਪਾਲ ਸਿੰਘ ਜੀ ਦੇ, ਜਿਨ੍ਹਾਂ ਨੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਭੇਜੀ ਹੋਈ 50,000 ਰੁਪਏ ਦੀ ਸੇਵਾ ਜਿਹੜੀ ਉਹ ਪ੍ਰਵਾਨ ਕੀਤੀ ਹੈ, ਜਿਹੜੀ ਕਿ 12 ਤਰੀਕ ਨੂੰ ਭਾਈ ਸਾਹਿਬ ਦੀ ਬਰਸੀ ਹੈ ਤੇ ਉਹਦੇ ਵਿੱਚ ਲੰਗਰ 'ਚ ਲੱਗ ਜੇ। ਤੇ ਭਾਈ ਸਾਹਿਬ ਵੱਲੋਂ ਸਾਨੂੰ ਹੁਕਮ ਸੀਗਾ ਭਾਈ ਮਨਜੀਤ ਸਿੰਘ ਜੀ ਭਿੰਡਰ ਵੱਲੋਂ ਕਿ ਘਰ ਦੀ ਸੇਵਾ ਜਿਹੜੀ ਸਾਨੂੰ ਦਿੱਤੀ ਜਾਏ, ਜਿਹੜੀ ਭਾਈ ਅਮਰਤਪਾਲ ਸਿੰਘ ਜੀ ਦਾ ਮਨ ਆ ਕਿ ਇਸ ਘਰ ਨੂੰ ਮੈਂ ਆਪਣੇ ਤਰੀਕੇ ਨਾਲ ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਹੀ ਜਿਹੜਾ ਦੁਬਾਰਾ ਸਿਰਜਣਾ ਚਾਹੁੰਦਾ, ਤੇ ਜਦੋਂ ਲੋੜ ਪਈ ਇਹ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦੇਣਗੇ। ਬਹੁਤ ਸ਼ੁਕਰਗੁਜ਼ਾਰ ਹਾਂ ਜੀ ਔਰ ਤਮਾਮ ਉਹਨਾਂ ਸੰਗਤਾਂ ਦਾ ਧੰਨਵਾਦ ਜਿਹੜੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਸੇਵਾ ਭੇਜਦੇ ਨੇ। ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਅਕਾਊਂਟ 'ਚ ਪਾਉਂਦੇ ਨੇ, ਈ ਟ੍ਰਾਂਸਫਰ ਰਾਹੀਂ, ਪੇਪਾਲ ਰਾਹੀਂ। ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਔਰ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਇਹ ਸੇਵਾ ਜਿਹੜੀ ਆ ਇਸੇ ਤਰ੍ਹਾਂ ਹੀ ਸ਼ਹੀਦ ਪਰਿਵਾਰਾਂ ਤੱਕ ਪਹੁੰਚਦੀ ਰਹੇ। ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਗੁਰੂ ਨਾਨਕ ਸੇਵਾ ਸੁਸਾਇਟੀ ਦਾ, ਤੇ ਧੰਨਵਾਦ ਭਾਈ ਮਨਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਕੌਮ ਵੱਲੋਂ ਭੇਜੀ ਸੇਵਾ ਦਾਸ ਤੱਕ ਪਹੁੰਚਦੀ ਕਰੀ ਤੇ ਪਿਤਾ ਜੀ ਦੇ ਵਰਸੀ ਵਿੱਚ ਇਸ ਵਾਰ ਆਪਣੇ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਪਾਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।